ਅੱਜ ਆਪਾਂ ਸਟੈਟਿਕ ਜੀਕੇ ਦਾ ਅਗਲਾ ਲੈਕਚਰ ਕਵਰ ਕਰਨ ਜਾ ਰਹੇ ਹਾਂ। ਠੀਕ ਆ, ਬੇਸਿਕਲੀ ਸਟੈਟਿਕ ਜੀਕੇ ਚ ਅੱਜ ਅਸੀਂ ਦੇਖੋ ਪਹਿਲੀ ਗੱਲ ਇਹ ਆ ਕਿ ਜ਼ਿਆਦਾਤਰ ਨਾ ਸਟੈਟਿਕ ਜੀਕੇ ਚ ਨਾ ਬੜੇ ਫੈਕਚੁਅਲ ਜੀ ਜੀਕੇ ਆ, ਜਿੱਥੇ ਕੋਸ਼ਿਸ਼ ਹੋਊਗੀ ਕਿ ਪੰਜਾਬੀ ਦੀ ਲੋੜ ਆ ਉੱਥੇ ਤਾਂ ਮੈਂ ਜ਼ਰੂਰ ਇਹਨੂੰ ਪੰਜਾਬੀ ਚ ਟਰਾਂਸਲੇਟ ਕਰੂੰਗਾ, ਜਿੱਥੇ ਨਹੀਂ ਲੋੜ ਉੱਥੇ ਆਪਾਂ ਇਹਨੂੰ ਇਗਨੋਰ ਕਰ ਸਕਦੇ। ਜਿਵੇਂ ਸਟ੍ਰੇਟਸ ਬਾਰੇ ਮੈਂ ਪਹਿਲਾਂ ਹੀ ਸ਼ਬਦ ਵਰਤ ਚੁੱਕਿਆ ਕਿ ਜਲਮਾਰਗ ਡਮਰੂ ਹੁੰਦਾ ਹੈ। ਠੀਕ ਆ, ਤਾਂ ਹੁਣ ਇੰਨਾ ਅਜੀਬ ਸ਼ਬਦ ਜਿਹੜਾ ਹੈ ਉਹਨੂੰ ਉਹਦੇ ਵਾਸਤੇ ਤੁਸੀਂ ਨਹੀਂ ਉਲਝੋਗੇ, ਹਨਾ। ਸੋ ਜਿੱਥੇ ਮੈਨੂੰ ਲੋੜ ਹੋਊਗੀ ਕਿ ਹਾਂ ਇਹ ਟਰਾਂਸਲੇਟਡ ਚਾਹੀਦਾ, ਡੈਫੀਨੇਟਲੀ ਉਹ ਟਰਾਂਸਲੇਟ ਹੋਇਆ ਹੀ ਮਿਲੂਗਾ ਤੁਹਾਨੂੰ। ਹੁਣ ਅਸੀਂ ਦੂਜੇ ਲੈਕਚਰ ਚ ਪੜ੍ਹਿਆ ਸੀਗਾ ਕਿ ਸਟ੍ਰੇਟਸ ਆਪਣੀਆਂ ਬੇਜ਼, ਗਲਫ, ਓਸ਼ੀਅਨਸ ਤੇ ਸੀ, ਮਤਲਬ ਕਿ ਮਹਾਸਾਗਰ, ਸਮੁੰਦਰ, ਜਲਮਾਰਗ ਡਮਰੂ, ਥਲਮਾਰਗ ਡਮਰੂ ਜਾਂ ਨਹਿਰਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਹੁੰਦੇ ਕੀ ਆ। ਹੁਣ ਦੇਖੋ ਸਟੈਟਿਕ ਜੀਕੇ ਦੇ ਕਾਇਦੇ ਨਾਲ ਜਿਹੜੇ ਅਗਲੇ 2-3 ਲੈਕਚਰ ਆਉਣਗੇ ਉਹ ਕੀ ਹੋਣਗੇ। ਇੱਕ ਚ ਪੂਰੀ ਦੁਨੀਆ ਦੀਆਂ ਸਟ੍ਰੇਟਸ, ਇੱਕ ਚ ਓਸ਼ੀਅਨਸ, ਇੱਕ ਚ ਪੂਰੀ ਦੁਨੀਆ ਦੀਆਂ ਲੇਕਸ ਆਪਾਂ ਇੱਧਰ ਨੂੰ ਕਵਰ ਕਰਾਂਗੇ। ਫਿਰ ਆਪਾਂ ਆਪਣਾ ਟੌਪਿਕ ਬਦਲ ਦਾਂਗੇ, ਫਿਰ ਆਪਾਂ ਕਿਸੇ ਹੋਰ, ਕੀ ਪਤਾ ਆਪਾਂ ਕਿਸੇ ਦਿਨ ਟੌਪਿਕ ਚੱਕ ਲਈਏ UN ਦੀਆਂ ਏਜੰਸੀਆਂ। ਮਤਲਬ ਹਰ ਇੱਕ ਉਹ ਚੀਜ਼ ਜੋ ਫੈਕਚੁਅਲੀ ਕਵਰ ਹੋਣੀ ਚਾਹੀਦੀ ਆ, ਫੈਕਟਸ ਜਿਹਦੇ ਬਾਰੇ ਪਤਾ ਹੋਣੇ ਚਾਹੀਦੇ ਆ। ਜਿਵੇਂ ਸਪੋਜ਼ ਕਰੋ ਫਸਟ ਇਨ ਇੰਡੀਆ, ਭਾਰਤ ਦੇ 1947 ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਦੀ ਇੱਕ ਸੀਰੀਜ਼ ਚਲਾ ਸਕਦੇ ਆ, ਤਾਂ ਕਿ ਫੈਕਟਸ ਜਿਹੜੇ ਆ ਨਾ ਉਹ ਮਜ਼ਬੂਤ ਹੋਣ। ਤੇ ਜਿੱਥੇ ਪੰਜਾਬੀ ਦੀ ਲੋੜ ਪਊਗੀ ਓਬਵੀਅਸਲੀ ਗੱਲ ਆ ਉਹ ਚੀਜ਼ ਪੰਜਾਬੀ ਚ ਹੀ ਸ਼ੇਅਰ ਕੀਤੀ ਜਾਊਗੀ। ਆਜੋ ਅੱਜ ਆਪਾਂ ਸਟ੍ਰੇਟਸ ਪੜ੍ਹਨੀਆਂ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਮਲੱਕਾ ਸਟ੍ਰੇਟ ਬਾਰੇ ਪਤਾ ਹੋਣਾ ਚਾਹੀਦਾ ਕਿ ਮਲੱਕਾ ਸਟ੍ਰੇਟ ਹੈ ਕਿੱਥੇ ਆ। ਦੇਖੋ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਮੈਂ ਕੁਝ ਇੱਕ ਚੀਜ਼ ਹੋਰ ਮੈਂ ਕਲੀਅਰ ਕਰਦਾ, ਬਸ 1 ਸੈਕਿੰਡ ਦਿਓ ਮੈਨੂੰ। ਕਿਉਂਕਿ ਸਟ੍ਰੇਟਸ ਬਾਰੇ ਦੱਸਣ ਤੋਂ ਪਹਿਲਾਂ ਨਾ ਇੱਕ ਚੀਜ਼ ਹੋਰ ਬੜੀ ਜ਼ਰੂਰੀ ਆ, ਜਿਹੜੀ ਤੁਹਾਨੂੰ ਜ਼ਿਆਦਾ ਪਤਾ ਹੋਣੀ ਚਾਹੀਦੀ ਆ, ਉਹ ਇਹ ਆ ਦੁਨੀਆ ਦੇ ਨਕਸ਼ੇ ਤੇ ਉਹ ਚੀਜ਼ ਹੈ ਕਿੱਥੇ ਆ। ਜਦੋਂ ਤੁਸੀਂ ਦੁਨੀਆ ਦਾ ਨਕਸ਼ਾ ਦੇਖਦੇ ਹੋ ਨਾ ਤਾਂ ਇੰਡੀਆ ਤੋਂ ਇਸ ਪਾਸੇ ਵਾਲਾ ਇਲਾਕਾ ਜਿਹੜਾ ਹੈ, ਆਹ ਵਾਲਾ ਇਲਾਕਾ ਜਿਹੜਾ ਹੈ, ਠੀਕ ਆ, ਇੰਡੀਆ ਦਾ ਜਿਹੜਾ ਇਸ ਪਾਸੇ ਵਾਲਾ ਏਰੀਆ ਹੈ ਇਹ ਆ ਸਾਊਥ ਈਸਟ ਏਸ਼ੀਆ, ਮਤਲਬ ਕਿ ਦੱਖਣ ਏਸ਼ੀਆਈ, ਦੱਖਣ ਪੂਰਬੀ ਏਸ਼ੀਆ ਹੈ ਆਪਣਾ ਜਿਹੜਾ ਆਹ ਵਾਲਾ ਪੋਰਸ਼ਨ ਆ। ਇਹਦੇ ਚ ਇੱਥੇ ਨਾ ਇੱਕ ਦੇਸ਼ ਆ ਮਲੇਸ਼ੀਆ। ਸੋ ਆਹ ਦੇਖੋ, ਆਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਹ ਇੰਡੋਨੇਸ਼ੀਆ ਦੇਸ਼ ਆ, ਇੱਥੇ ਇੱਕ ਦੇਸ਼ ਆ ਸਿੰਗਾਪੁਰ। ਇੰਡੋਨੇਸ਼ੀਆ ਤੇ ਸਿੰਗਾਪੁਰ ਚ ਇੱਥੇ ਇੱਕ ਪਾਣੀ ਦੀ ਬੋਡੀ ਆ, ਵਾਟਰ ਬੋਡੀ ਆ, ਜਲਮਾਰਗ ਡਮਰੂ ਆ, ਜਿਹੜਾ ਇਸ ਸਮੁੰਦਰ ਨੂੰ ਤੇ ਇਸ ਸਮੁੰਦਰ ਨੂੰ ਆਪਸ ਚ ਕਨੈਕਟ ਕਰਦਾ ਹੈ। ਗੱਲ ਸਮਝ ਆ ਗਈ। ਇਧਰਲੇ ਪਾਸੇ ਸਮੁੰਦਰ ਦਾ ਨਾਮ ਆ ਅੰਡੇਮਾਨ ਸੀ, ਇੱਥੇ ਬੰਗਾਲ ਦੀ ਖਾੜੀ ਹੈ। ਅੰਡੇਮਾਨ ਤੋਂ ਇਧਰਲੇ ਪਾਸੇ ਅੰਡੇਮਾਨ ਸੀ ਆ, ਇੱਥੇ ਜਾਵਾ ਸਮੁੰਦਰ ਆ, ਉਹਨੂੰ ਕਹਿੰਦੇ ਜਾਵਾ ਸੀ, ਕਿਉਂਕਿ ਥੱਲੜੇ ਪਾਸੇ ਜਾਵਾ ਆਈਲੈਂਡ ਆ ਨਾ, ਜਾਵਾ ਦੇ ਉੱਪਰ ਜਾਵਾ ਸੀ ਆ। ਸੋ ਜਾਵਾ ਸੀ ਤੇ ਅੰਡੇਮਾਨ ਸੀ ਨੂੰ ਕਨੈਕਟ ਕਰਨ ਵਾਸਤੇ ਇੱਕ ਛੋਟੀ ਜੀ ਵਾਟਰ ਬੋਡੀ ਆ। ਜੇ ਇਹਦੇ ਚ ਤੁਸੀਂ ਨਾ ਲੰਘੋਗੇ ਨਾ ਤਾਂ ਤੁਹਾਨੂੰ ਗੇੜਾ ਖਾ ਕੇ ਜਾਣਾ ਪਊਗਾ। ਅਦਰਵਾਈਜ਼ ਜੇ ਇੱਥੋਂ ਦੀ ਹੀ ਰਾਹ ਲੱਭ ਜੇ ਕਿਸੇ ਨੂੰ ਜਾਣ ਦਾ ਤਾਂ ਕਿੱਥੇ ਪਹੁੰਚ ਗਿਆ, ਚਾਈਨਾ। ਸੋ ਇਹ ਸਟ੍ਰੇਟ ਸਭ ਤੋਂ ਇੰਪੋਰਟੈਂਟ ਆ, ਤੇ ਇੱਥੇ ਨਾ ਕਿਸੇ ਟਾਈਮ ਪਾਇਰੇਟਸ ਸਭ ਤੋਂ ਵੱਧ ਹੁੰਦੇ ਸੀ, ਸਮੁੰਦਰੀ ਲਟੇਰੇ। ਸੋ ਇਹ ਇੱਕ ਸਟ੍ਰੇਟ ਆ ਮਲੱਕਾ ਸਟ੍ਰੇਟ, ਜਿਹੜੀ ਆ ਦੋ ਪਾਣੀਆਂ ਨੂੰ ਆਪਸ ਚ ਜੋੜਦੀ ਆ। ਸੋ ਮਲੱਕਾ ਸਟ੍ਰੇਟ ਬਾਰੇ ਪੜ੍ਹ ਲਈਏ। ਅੰਡੇਮਾਨ ਸੀ ਤੇ ਦੂਜੇ ਪਾਸੇ ਥੱਲੜੇ ਪਾਸੇ ਜਾਵਾ ਸੀ ਕਹਿ ਲਓ, ਅਦਰਵਾਈਜ਼ ਉੱਪਰਲਾ ਸਾਊਥ ਚਾਈਨਾ ਸੀ ਆ, ਇਹਨਾਂ ਦੋਵਾਂ ਨੂੰ ਜੋੜਦੀ ਆ। ਇੱਕ ਪਾਸੇ ਇੰਡੋਨੇਸ਼ੀਆ, ਦੂਜੇ ਪਾਸੇ ਮਲੇਸ਼ੀਆ ਨਹੀਂ ਕਹਿਣਾ ਤਾਂ ਸਿੰਗਾਪੁਰ ਕਹਿ ਲਓ, ਕਿਉਂਕਿ ਮਲੇਸ਼ੀਆ TC ਤੇ ਇੱਕ ਛੋਟਾ। ਸੋ ਜਿਹੜੇ ਮਰਜ਼ੀ ਦੋ ਦੇਸ਼ਾਂ ਚ ਕਹਿ ਲਓ, ਤੇ ਸਭ ਤੋਂ ਲੰਮੀ ਸਟ੍ਰੇਟ ਆ ਦੁਨੀਆ ਦੀ ਇਹ। ਸੋ ਇਹ ਆਪਣੀ ਮਲੱਕਾ ਸਟ੍ਰੇਟ, ਠੀਕ ਆ। ਹੁਣ ਆ ਗਈ ਬੈਰਿੰਗ ਸਟ੍ਰੇਟ, ਦੂਸਰੀ ਸਟ੍ਰੇਟ ਆਪਣੀ ਕਿਹੜੀ ਆ ਗਈ, ਬੈਰਿੰਗ ਸਟ੍ਰੇਟ। ਸੋ ਬੈਰਿੰਗ ਸਟ੍ਰੇਟ ਤਾਂ ਦੁਨੀਆ ਦੇ ਨਕਸ਼ੇ ਚ ਆਪਾਂ ਨੂੰ ਪਤਾ ਲੱਗ ਹੀ ਰਿਹਾ ਕਿ ਕਿੱਥੇ ਆ। ਜੇ ਅਸੀਂ ਬੈਰਿੰਗ ਸਟ੍ਰੇਟ ਦੀ ਕੰਸੈਪਟ ਦੇਖੀਏ ਤਾਂ ਬੈਰਿੰਗ ਸਟ੍ਰੇਟ ਕਿੱਥੇ ਆ, ਪਹਿਲਾਂ ਆਪਾਂ ਨਕਸ਼ਾ ਥੋੜਾ ਜਿਹਾ ਛੋਟਾ ਕਰ ਲੈਂਦੇ ਆ, ਠੀਕ ਆ। ਆਹ ਦੁਨੀਆ ਹੈ, ਤਾਂ ਹੁਣ ਆ ਦੇਖੋ ਦੁਨੀਆ ਦੇ ਇਸ ਕੋਨੇ ਤੇ ਇਧਰਲੇ ਪਾਸੇ ਤੇ ਇਸ ਪਾਸੇ
ਆ ਜਿਹੜੀ ਸਟ੍ਰੇਟ ਆ ਵਾਲੀ ਸਟ੍ਰੇਟ क्योंकि मैप ही इस तरीके की प्रॉब्लम मैप की प्रॉब्लम है तो इनू आप इत्थे ज़्यादा वधिया समझ सकते हैं। इधरले पासे रशिया, इधरले पासे अमरीका, अमरीका का किहड़ा हिस्सा है अलास्का, ठीक है। सो एक पासे अपना हैगा है चुकची सी, एक पासे हैगा है बैरिंग सी, इन्हां दोवां दे विच छोटी जी स्ट्रेट ये छोटी जी स्ट्रेट किहड़ी आ बैरिंग स्ट्रेट। मतलब जे ते बर्फ जम जाए ना तो कोई बंदा सीधा रशिया तो अमरीका सड़क ते जा सकता है। बैरिंग स्ट्रेट चुकची सी ते बैरिंग सी नूं आपस च जोड़दी है। नैक्सट उस तो बाद आ गया बॉसफोरस स्ट्रेट। नक्शे ते कित्थे आ जाओ, जे मैं इहनूं नक्शे ते मैच करने की कोशिश करा, इस मैप नूं आपां इनलार्ज कर लिया, ठीक है। इस मैप नूं आपां होर इनलार्ज कर लिया ਤਾਂ ਆ ਰਿਹਾ ਇੰਡੀਆ, ਇੰਡੀਆ ਤੋਂ ਆਪਾਂ ਅਫਗਾਨਿਸਤਾਨ ਵੱਲ ਦੀ, ਤੁਰਕਮੇਨਿਸਤਾਨ ਵੱਲ ਦੀ ਹੁੰਦੇ ਹੁੰਦੇ ਆਪਾਂ ਇੱਥੇ ਪਹੁੰਚ ਗਏ। ਆ ਮੈਡੀਟੇਰੀਅਨ ਸੀ ਆ, ਠੀਕ ਆ। ਮੈਡੀਟੇਰੀਅਨ ਸੀ ਦੇ ਨਾਲ ਇੱਥੇ ਆ ਬਲੈਕ ਸੀ ਆ, ਕਿਹੜਾ ਸੀ ਆ ਜੀ ਬਲੈਕ ਸੀ। ਬਲੈਕ ਸੀ ਤੋਂ ਲੈ ਕੇ ਆ ਨਾ ਇੱਕ ਛੋਟਾ ਜਿਹਾ ਵਾਟਰ ਬੋਡੀ ਹੈ ਟਰਕੀ ਤੋਂ ਉੱਪਰ, ਇਹਨੂੰ ਕਹਿੰਦੇ ਸੀ ਆਫ ਮਰਮਰਾ, ਉਹਦੇ ਨਾਲ ਆ ਮੈਡੀਟੇਰੀਅਨ ਸੀ ਆ, ਕਿਹੜਾ ਸੀ ਆ ਮੈਡੀਟੇਰੀਅਨ ਸੀ। ਇੱਕ ਵਾਟਰ ਬੋਡੀ ਇੱਥੇ ਆ ਤੇ ਇੱਕ ਇੱਥੇ ਆ, ਤਾਂ ਹੀ ਤਾਂ ਬੰਦਾ ਬਲੈਕ ਸੀ ਚੋਂ ਸਿੱਧਾ ਮੈਡੀਟੇਰੀਅਨ ਸੀ ਚ ਆ ਸਕਦਾ ਹੈ। आर हैगा जॉर्जिया, आ हैगा रशिया, आ रशिया हो गया। रशिया के थले एक छोटा जिहा समुंदर होर भी है, इनू कहते सी ऑफ अजोव। सी ऑफ अजोव दे विच भी एक छोटी जी वाटर बॉडी है जिथों तुसीं निकल के इधर नूं आ सकदे हो। हुण तुसीं कहोगे सारे थोड़ा जिहा ज़्यादा उलझिया होया पिया होया, इनू फोटो च ही दिखा दो तो ज़्यादा वधिया है। आ लो जी फोटो च ही दिखा दिंदे आ। इत्थे हैगा सी ऑफ अजोव, दिस रहा ना। ਉੱਥੋਂ ਇੱਕ ਛੋਟੀ ਜੀ ਵਾਟਰ ਬੋਡੀ ਨਾਲ ਤੁਸੀਂ ਬਲੈਕ ਸੀ ਚ ਐਂਟਰ ਕਰ ਜਾਂਦੇ ਹੋ। ਕਿਹੜੇ ਸੀ ਚ ਬਲੈਕ ਸੀ ਚ ਐਂਟਰ ਕਰ ਜਾਂਦੇ ਹੋ। ਇਹਨੂੰ ਕਹਿੰਦੇ ਆ ਕਰਚ ਸਟ੍ਰੇਟ। ਕਿਹੜੀ ਸਟ੍ਰੇਟ ਕਰਚ। ਯੂਕਰੇਨ ਰਸ਼ੀਆ ਦੀ ਲੜਾਈ ਚ ਕਰਚ ਸਟ੍ਰੇਟ ਦੇ ਉੱਪਰ ਚੱਲਣ ਵਾਲੀ ਪਟੜੀ ਤੋੜ ਦਿੱਤੀ ਗਈ ਸੀ, ਬੜਾ ਰੌਲਾ ਪਿਆ ਸੀਗਾ। ਕਰਚ ਸਟ੍ਰੇਟ ਸੀ ਆਫ ਅਜ਼ੋਵ ਨੂੰ ਕਿਹਦੇ ਨਾਲ ਜੋੜਦੀ ਆ ਬਾਲਟੀ ਬਲੈਕ ਸੀ ਨਾਲ। ਹੁਣ ਬਲੈਕ ਸੀ ਨੂੰ ਅੱਗੇ ਸੀ ਆਫ ਮਰਮਰਾ ਛੋਟਾ ਜਿਹਾ ਸੀ ਆ ਇੱਥੇ ਦਿਖ ਰਿਹਾ ਤੁਹਾਨੂੰ ਨੋਟਸ ਦੇ ਵਿੱਚ ਦਿਸ ਜੂਗਾ, ਇਹਦੇ ਨਾਲ ਜੋੜਦੀ ਆ ਬੌਸਫੋਰਸ ਸਟ੍ਰੇਟ। ਕਿਹੜੀ ਸਟ੍ਰੇਟ ਬੌਸਫੋਰਸ, ਇਹ ਟਰਕੀ ਚ ਆਉਂਦੀ ਆ। ਟਰਕੀ ਦੇ ਵਿੱਚ ਬੌਸਫੋਰਸ ਸਟ੍ਰੇਟ ਆ, ਉਹ ਸੀ ਆਫ ਮਰਮਰਾ ਨੂੰ ਕਿਹਦੇ ਨਾਲ ਜੋੜਦੀ ਆ ਬਲੈਕ ਸੀ ਨਾਲ। ਤੇ ਸੀ ਆਫ ਮਰਮਰਾ ਅੱਗੇ ਮੈਡੀਟੇਰੀਅਨ ਸੀ ਦੇ ਨਾਲ ਕਿਹਦੇ ਨਾਲ ਜੁੜਦਾ ਹੈ ਦਰਦੇਨਲੀਜ਼ ਸਟ੍ਰੇਟ। ਕਿਹੜੀ ਸਟ੍ਰੇਟ ਆ ਜੀ ਦਰਦੇਨਲੀਜ਼। ਸੋ ਸਭ ਤੋਂ ਪਹਿਲੀ ਗੱਲ ਇੱਕ ਫਾਰਮੂਲਾ ਬਣ ਗਿਆ ਕਿ ਜੀ ਇੱਕ ਪਾਸੇ ਛੋਟਾ ਜਿਹਾ ਇੱਕ ਸਮੁੰਦਰ ਆ, ਇੱਕ ਪਾਸੇ ਛੋਟਾ ਜਿਹਾ ਸਮੁੰਦਰ ਆ ਸੀ ਆਫ ਅਜ਼ੋਵ, ਉਹ ਕਰਚ ਸਟ੍ਰੇਟ ਨਾਲ ਜੁੜਿਆ ਕਿਹਦੇ ਨਾਲ ਬਲੈਕ ਸੀ ਨਾਲ। ਬਲੈਕ ਸੀ ਅੱਗੇ ਛੋਟੀ ਜੀ ਸਟ੍ਰੇਟ ਨਾਲ ਜੁੜਿਆ ਛੋਟੇ ਜਿਹੇ ਸਮੁੰਦਰ ਨਾਲ ਸੀ ਆਫ ਮਰਮਰਾ ਨਾਲ, ਇਹ ਆ ਬੌਸਫੋਰਸ ਸਟ੍ਰੇਟ। ਬੌਸਫੋਰਸ ਸਟ੍ਰੇਟ ਅੱਗੇ ਛੋਟੀ ਜੀ ਵਾਟਰ ਬੋਡੀ ਨਾਲ ਜੁੜੀ ਆ ਬਹੁਤ ਵੱਡੇ ਸਮੁੰਦਰ ਨਾਲ ਮੈਡੀਟੇਰੀਅਨ ਸੀ ਨਾਲ, ਇਹ ਆ ਦਰਦੇਨਲੀਜ਼। ਸਮਝ ਆ ਗਈ ਚੀਜ਼। ਇਹ ਕਿਹੜੀ ਬੋਡੀ ਵਾਟਰ ਬੋਡੀ ਆ ਸੀ ਆਫ ਅਜ਼ੋਵ, ਇਹ ਕਿਹੜੀ ਆ ਬਲੈਕ ਸੀ, ਮਰਮਰਾ ਸੀ, ਮੈਡੀਟੇਰੀਅਨ ਸੀ। ਮੈਡੀਟੇਰੀਅਨ ਸੀ ਦਾ ਅੱਗੇ ਪੰਗਾ ਹੈ। ਮੈਡੀਟੇਰੀਅਨ ਸੀ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਇਲਾਕੇ ਆ ਨਾ, ਇਹਨਾਂ ਦੇ ਨਾਮ ਵੱਖਰੇ ਵੱਖਰੇ ਸਮੁੰਦਰ ਆ। ਐਡਿਆਟਿਕ ਸੀ, ਏਜੀਅਨ ਸੀ, ਇਹ ਵਿੱਚ ਮੈਡੀਟੇਰੀਅਨ ਓਸ਼ੀਅਨ ਦੇ ਅੰਦਰ ਹੀ ਵੱਖਰੇ ਵੱਖਰੇ ਸੀ, ਮੈਡੀਟੇਰੀਅਨ ਸੀ ਦੇ ਵਿੱਚ ਹੀ ਵੱਖਰੇ ਵੱਖਰੇ ਸੀ ਨੇ। ਸੋ ਆ ਸਟ੍ਰੇਟ ਕਿਹਨੂੰ ਜੋੜਦੀ ਆ ਕਿਹਦੇ ਨਾਲ ਕਿਹਨੂੰ ਜੋੜਦੀ ਆ, ਉਮੀਦ ਕਰਦਾ ਕਿ ਰੱਟਾ ਵੱਜ ਗਿਆ। ਦਰਦੇਨਲੀਜ਼ ਵੀ ਪੜਾਤੀ ਮੈਂ। ਹੁਣ ਆ ਗਿਆ ਆਪਣੇ ਕੋਲ ਹੌਰਮੂਜ਼ ਤੇ ਬਬਲੇ ਮੰਦੀਪ। ਹੌਰਮੂਜ਼ ਤੇ ਬਬਲੇ ਮੰਦੀਪ ਆ ਜਾਓ ਆਪਾਂ ਆਪਣੇ ਨਕਸ਼ੇ ਤੇ। ਇੰਡੀਆ ਦੇ ਨਾਲ ਅਰਬ, ਦੁਨੀਆ ਦਾ ਸਭ ਤੋਂ ਚੌੜਾ ਪੈਨਿਨਸੂਲਾ। ਪੈਨਿਨਸੂਲਾ ਉਹ ਹੁੰਦਾ ਜਿਹਨੂੰ ਪ੍ਰਾਦੀਪ ਕਹਿੰਦੇ ਆ, ਜਿਹਦੇ ਤਿੰਨ ਪਾਸੇ ਪਾਣੀ ਹੋਵੇ। ਆ ਦੁਨੀਆ ਦਾ ਸਭ ਤੋਂ ਚੌੜਾ ਪੈਨਿਨਸੂਲਾ ਕਿਹੜਾ ਹੈ ਅਰਬ ਪੈਨਿਨਸੂਲਾ। ਰੱਟਾ ਮਾਰ ਲਿਓ ਕਿ ਅਰਬ ਪ੍ਰਾਦੀਪ ਦੁਨੀਆ ਦਾ ਸਭ ਤੋਂ ਚੌੜਾ ਪ੍ਰਾਦੀਪ ਆ। ਅਰੈਬਿਕ ਪੈਨਿਨਸੂਲਾ ਇਜ਼ ਲਾਰਜੈਸਟ ਪੈਨਿਨਸੂਲਾ ਆਫ ਵਰਲਡ। ਹੁਣ ਇੱਕ ਪਾਸੇ ਆ ਜਾਓ ਅਰਬ ਪੈਨਿਨਸੂਲਾ ਦੇ ਇੱਕ ਸਾਊਦੀ ਅਰਬ ਦੇ ਇੱਕ ਪਾਸੇ ਨਾ ਇੱਕ ਖਾੜੀ ਆ, ਇਹਨੂੰ ਕਹਿੰਦੇ ਫਾਰਸ ਦੀ ਖਾੜੀ, ਪਰਸ਼ੀਅਨ ਗਲਫ। ਆਪਣੇ ਆਪ ਚ ਇੱਕ ਖਾਈ ਜੀ ਆ। ਇੱਕ ਆ ਰਹੀ ਗਲਫ, ਆ ਵੀ ਇੱਕ ਗਲਫ ਦੀ ਸ਼ੇਪ ਹੀ ਹੈ, ਇਹਨੂੰ ਕਹਿੰਦੇ ਆ ਗਲਫ ਆਫ ਓਮਾਨ। ਇਹ ਓਮਾਨ ਦੇਸ਼ ਦੇ ਗਵਾਂਢ ਚ ਹੋਣ ਕਰਕੇ ਇਹਦਾ ਨਾਮ ਗਲਫ ਆਫ ਓਮਾਨ ਆ। ਇਹਨਾਂ ਦੋਵਾਂ ਦੇ ਵਿੱਚ ਇੱਕ ਛੋਟੀ ਜੀ ਵਾਟਰ ਬੋਡੀ ਆ, ਸਟ੍ਰੇਟ ਆ, ਜਲਮਾਰਗ ਡਮਰੂ ਆ ਜਿਹੜਾ ਦੋਵਾਂ ਨੂੰ ਕਨੈਕਟ ਕਰਦਾ ਹੈ। ਦਿਸ ਇਜ਼ ਸਟ੍ਰੇਟ ਆਫ ਹੌਰਮਿਊਜ਼। ਇਹ ਹੌਰਮਿਊਜ਼ ਜਲਮਾਰਗ ਡਮਰੂ ਆ। ਇਧਰਲੇ ਪਾਸੇ ਆ ਜਾਓ, ਆ ਰੈੱਡ ਸੀ ਆ, ਲਾਲ ਸਾਗਰ। ਆ ਹੈਗੀ ਆ ਗਲਫ ਆਫ ਐਡਨ। ਕਿਹੜੀ ਹੈ ਜੀ ਇਹ ਗਲਫ ਆਫ ਐਡਨ। ਇਹਨਾਂ ਨੂੰ ਜੋੜਨ ਵਾਲੀ ਇੱਕ ਛੋਟੀ ਜੀ ਵਾਟਰ ਬੋਡੀ ਹੈ ਇੱਥੇ, ਛੋਟੀ ਜੀ ਵਾਟਰ ਬੋਡੀ। ਤੁਸੀਂ ਸੋਚ ਕੇ ਦੇਖੋ ਇੰਡੀਆ ਦਾ ਜਹਾਜ਼ ਇੱਥੋਂ ਜਾਂਦਾ ਇੱਥੇ, ਰੈੱਡ ਸੀ ਚੋਂ ਇੱਥੇ ਸਵੇਜ਼ ਕਨਾਲ ਬਣੀ ਹੋਈ ਆ, ਮੈਡੀਟੇਰੀਅਨ ਸੀ ਹੈ, ਐਵੇਂ ਪਹੁੰਚਦਾ ਉੱਥੇ ਮੈਡੀਟੇਰੀਅਨ ਸੀ ਦੇ ਵਿੱਚ। ਅੱਗੇ ਮੈਡੀਟੇਰੀਅਨ ਸੀ ਤੋਂ ਪਤਾ ਹੀ ਹੈ। ਸੋ ਆਹ ਵਾਲੀ ਸਟ੍ਰੇਟ ਆ ਜਿਹੜੀ, ਇਹ ਜਲਮਾਰਗ ਡਮਰੂ ਕਿਹਨੂੰ ਕਿਹਨੂੰ ਕਿਹਦੇ ਨਾਲ ਜੋੜਦੀ ਆ, ਜਮਨ ਨੂੰ, ਸਟ੍ਰੇਟ ਆਫ ਐਡਨ ਨੂੰ ਕਿਹਦੇ ਨਾਲ ਰੈੱਡ ਸੀ ਨਾਲ।
ਸਟ੍ਰੇਟ ਆਫ ਬਬਲੇ ਮੰਦੀਬ, ਜਿਹਨੂੰ ਆਪਾਂ ਬਬਲੇ ਮੰਦੀਬ ਸਟ੍ਰੇਟ ਵੀ ਕਹਿ ਦਿੰਦੇ ਆ, ਉਹ ਕਿਹੜੀਆਂ ਦੋ ਵਾਟਰ ਬੋਡੀਜ਼ ਨੂੰ ਜੋੜ ਰਹੀ ਹੈ? ਰੈੱਡ ਸੀ ਨੂੰ ਤੇ ਐਡਨ ਦੀ ਖਾੜੀ ਨੂੰ, ਗਲਫ ਆਫ ਐਡਨ ਨੂੰ। ਰੱਟਾ ਵੱਜ ਗਿਆ। ਸੋ ਆ ਤੁਹਾਨੂੰ ਬਬਲੇ ਮੰਦੀਬ, ਆ ਸਟ੍ਰੇਟ ਆਫ ਹਾਰਮਿਊਜ਼, ਚਾਰ ਇਕੱਠੀਆਂ ਪੜਾਤੀਆਂ, ਇੱਕ ਕਰਚ ਪੜਾਤੀ, ਕਰਚ ਤੋਂ ਬਾਅਦ ਨਾਲ ਬੋਸਫੋਰਸ ਪੜਾਤੀ, ਤੇ ਬੋਸਫੋਰਸ ਦੇ ਨਾਲ ਦਰਦੇ ਨਲੀਜ਼ ਪੜਾਤੀ। ਤਿੰਨ ਉੱਥੇ ਪੜਾਤੀਆਂ, ਦੋ ਇੱਥੇ ਪੜਾਤੀਆਂ, ਇੱਕ ਮਲੱਕਾ ਹੋ ਗਈ, ਇੱਕ ਬੈਰਿੰਗ ਹੋ ਗਈ। ਰੱਟੇ ਮਾਰਨ ਦੀ ਲੋੜ ਨਹੀਂ। ਫਿਰ ਆ ਗਈ ਸਟ੍ਰੇਟ ਆਫ ਡੋਵਰ। ਇਹ ਸਟ੍ਰੇਟ ਆਫ ਡੋਵਰ ਕਿੱਥੇ ਆ? ਦੁਨੀਆ ਦੇ ਨਕਸ਼ੇ ਤੇ ਦੇਖਣੀ ਆ ਕਿ ਸਟ੍ਰੇਟ ਆਫ ਡੋਵਰ ਐਗਜ਼ਿਸਟ ਵੀ ਕਰਦੀ ਹੈ ਕਿ ਨਹੀਂ। ਆ ਲਓ ਜੀ, ਜਿਹਨੂੰ ਲੱਗਦਾ ਸੀਗਾ ਕਿ ਆ ਇੰਡੀਆ ਹੈ, ਕਿ ਸਰ ਪਤਾ ਨਹੀਂ ਹਾਰਮਿਊਜ਼ ਸਟ੍ਰੇਟ ਕਿੱਥੇ ਦਿਖਾਦੀ ਤੁਸੀਂ, ਆ ਲਓ, ਆ ਰੈੱਡ ਸੀ ਦਿਸ ਰਿਹਾ ਨਾ। ਰੈੱਡ ਸੀ ਨੂੰ ਜੇ ਗੌਰ ਨਾਲ ਦੇਖੀਏ ਤਾਂ ਇੱਥੇ ਦੇਖੋ, ਆ ਫਾਰਸ ਦੀ ਖਾੜੀ ਆ, ਆ ਗਲਫ ਆਫ ਓਮਾਨ ਆ, ਆ ਦੋਵਾਂ ਦੇ ਵਿੱਚ ਆ ਸਟ੍ਰੇਟ ਆਫ ਹਾਰਮਿਊਜ਼। ਆ ਗਲਫ ਆਫ ਐਡਨ ਆ, ਐਡਨ ਦੀ ਖਾੜੀ, ਆ ਰੈੱਡ ਸੀ ਆ, ਇਹਨਾਂ ਦੋਵਾਂ ਦੇ ਵਿੱਚ ਆ ਬਬਲੇ ਮੰਦੀਪ। ਇੱਥੋਂ ਜਹਾਜ਼ ਇੰਡੀਆ ਦਾ ਜਾ ਕੇ ਇੱਧਰ ਜਾ ਕੇ ਇੱਥੇ ਇੱਕ ਕਨਾਲ ਬਣੀ ਹੋਈ ਆ, ਸਵੇਜ਼ ਕਨਾਲ। ਇੱਥੇ ਕੀ ਬਣੀ ਹੋਈ ਆ? ਸਵੇਜ਼ ਕਨਾਲ। ਇਸ ਮੈਪ ਨੂੰ ਖੋਲ ਲਓ, ਹੋਰ ਟ੍ਰਾਇੰਗੂਲਰ ਜਿਹਾ ਪੁਆਇੰਟ ਬਣਦਾ ਹੈ ਨਾ, ਬਣਦਾ, ਇਹਨੂੰ ਦੇਖਿਓ ਬਸ। ਇੱਥੋਂ ਬਾਅਦ ਅਸੀਂ ਕਿਹੜੇ ਸਮੁੰਦਰ ਚ ਐਂਟਰ ਹੋ ਗਏ ਭਲਾ? ਇਸ ਤੋਂ ਬਾਅਦ ਅਸੀਂ ਐਂਟਰ ਹੋ ਗਏ ਕਿਹੜੇ ਸਮੁੰਦਰ ਚ? ਮੈਡੀਟੇਰੀਅਨ ਸੀ ਚ। ਇਸ ਤੋਂ ਬਾਅਦ ਅਸੀਂ ਉੱਪਰ ਚਲੇ ਗਏ। ਠੀਕ ਆ, ਖੈਰ ਆ ਜਾਓ ਨੈਕਸਟ। ਹੁਣ ਆ ਗਿਆ ਆਪਣੇ ਕੋਲ ਇਸੇ ਸਮੁੰਦਰ ਚ ਜਿਹੜੇ ਚ ਅਸੀਂ ਐਂਟਰ ਹੋਏ ਆ, ਇਸੇ ਸਮੁੰਦਰ ਦੇ ਉੱਪਰਲੇ ਪਾਸੇ ਦੀ ਦੁਨੀਆ ਦੇਖੋ। ਆ ਯੂਰਪ ਆ, ਯੂਰਪ ਦਾ ਮੈਪ ਵੀ ਕਦੀ ਪੜਾਉਂਗਾ ਮੈਂ ਤੁਹਾਨੂੰ। ਆ ਯੂਰਪ ਆ, ਯੂਰਪ ਦੇ ਵਿੱਚ ਆ ਇਸ ਇਲਾਕੇ ਦੀ ਗੱਲ ਹੋ ਰਹੀ ਆ, ਨਾਰਥ ਸੀ ਵਗੈਰਾ ਦੀ। ਆ ਜਾਓ, ਇੱਥੇ ਸਾਫ਼ ਦਿਸੂਗਾ। ਆ ਇੰਗਲੈਂਡ ਵਾਲਾ ਪਾਸਾ, ਇੱਕ ਪਾਸੇ ਹੈਗੀ ਆ ਜੀ ਇੰਗਲਿਸ਼ ਚੈਨਲ, ਇੱਕ ਪਾਸੇ ਹੈਗਾ ਹੈ ਇੰਗਲਿਸ਼ ਚੈਨਲ, ਇੱਕ ਪਾਸੇ ਨਾਰਥ ਸੀ। ਉੱਪਰਲੇ ਪਾਸੇ ਇੰਗਲੈਂਡ ਆ, ਇੰਗਲਿਸ਼ ਚੈਨਲ ਤੇ ਨਾਰਥ ਸੀ, ਉੱਤਰੀ ਸਮੁੰਦਰ, ਇਹਨਾਂ ਨੂੰ ਜੋੜਨ ਵਾਸਤੇ ਇੱਕ ਛੋਟੀ ਜੀ ਵਾਟਰ ਬੋਡੀ ਆ, ਦਿਸ ਇਜ਼ ਸਟ੍ਰੇਟ ਆਫ ਡੋਵਰ। ਇੰਗਲਿਸ਼ ਚੈਨਲ ਦੇ ਇੱਧਰ ਫਰਾਂਸ ਆ, ਇੱਧਰ ਇੰਗਲੈਂਡ ਆ। ਲੋਕ ਨਾ ਫਰਾਂਸ ਤੋਂ ਇੰਗਲੈਂਡ ਤੱਕ ਚਲੇ ਜਾਂਦੇ ਆ ਤੈਰ ਕੇ। ਇੰਗਲਿਸ਼ ਚੈਨਲ ਨੂੰ ਤੈਰਨ ਵਾਲਾ ਪਹਿਲਾ ਭਾਰਤੀ, ਪਹਿਲੀ ਔਰਤ, ਪਹਿਲਾ ਫਲਾਣਾ, ਸਵਾਲ ਨਹੀਂ ਪੜੇ। ਉਹ ਇਸੇ ਇੰਗਲਿਸ਼ ਚੈਨਲ ਨੂੰ ਤਾਰ ਕੇ ਫਰਾਂਸ ਤੋਂ ਇੰਗਲੈਂਡ ਪਹੁੰਚ ਜਾਂਦੇ ਆ। ਸੋ ਇਹ ਸਟ੍ਰੇਟ ਜਿਹੜੀ ਆ ਉਹ ਇੰਗਲਿਸ਼ ਚੈਨਲ ਨੂੰ ਤੇ ਦੂਜੇ ਪਾਸੇ ਨਾਰਥ ਸੀ ਨੂੰ ਆਪਸ ਚ ਜੋੜਦੀ ਆ। ਤੇ ਕਿਹਨੂੰ ਕਿਹਦੇ ਤੋਂ ਅੱਡ ਕਰਦੀ ਆ? ਆ ਥੱਲੇ ਸਾਰਾ ਅਫਰੀਕਾ ਹੈ, ਸੌਰੀ ਥੱਲੇ ਸਾਰਾ ਫਰਾਂਸ ਆ, ਫਰਾਂਸ ਨੂੰ ਅੱਡ ਕਰਦੀ ਹੈ ਕਿਹਦੇ ਨਾਲੋਂ? ਇੰਗਲੈਂਡ ਨਾਲੋਂ। ਜਾਂ ਬਾਕੀ ਦੇ ਸਾਰੇ ਯੂਰਪ ਨੂੰ ਅੱਡ ਕਰਦੀ ਹੈ ਕਿਹਦੇ ਨਾਲੋਂ? ਇੰਗਲੈਂਡ ਨਾਲੋਂ। ਆਹ ਦੱਸੋ ਸਟ੍ਰੇਟ ਆਫ, ਸਮਝ ਆ ਗਈ? ਹੁਣ ਆ ਗਈ ਜਿਬਰਾਲਟਰ ਸਟ੍ਰੇਟ। ਆ ਸਮਝਦੇ ਹੋ ਤੁਸੀਂ ਕਿ ਆ ਮੈਡੀਟੇਰੀਅਨ ਸੀ ਅੰਦਰ, ਆ ਸਾਰਾ ਮੈਡੀਟੇਰੀਅਨ ਸੀ ਹੈ। ਨਕਸ਼ੇ ਤੇ ਆ ਜਾਓ, ਨਕਸ਼ੇ ਤੇ ਦੇਖਣਾ ਹੋਵੇ ਤਾਂ ਆ ਮੈਡੀਟੇਰੀਅਨ ਸੀ ਆ ਆਪਣਾ ਆ ਰਿਹਾ। ਤਾਂ ਮੈਡੀਟੇਰੀਅਨ ਸੀ ਜਦੋਂ ਇਸ ਅਟਲਾਂਟਿਕ ਓਸ਼ੀਅਨ ਚ ਐਂਟਰ ਕਰਦਾ ਹੈ ਤਾਂ ਇੱਕ ਪਾਸੇ ਸਪੇਨ ਆ, ਇੱਕ ਪਾਸੇ ਕੀ ਆ? ਅਫਰੀਕਾ ਦਾ ਮੋਰੋਕੋ। ਮੈਡੀਟੇਰੀਅਨ ਸੀ ਦਾ ਨਕਸ਼ਾ ਦੇਖੋ, ਮੈਡੀਟੇਰੀਅਨ ਸੀ ਦੇ ਥੱਲੇ ਸਾਰਾ ਅਫਰੀਕਾ ਹੈ, ਉੱਪਰ ਯੂਰਪ ਆ। ਮੈਡੀਟੇਰੀਅਨ ਸੀ ਚ ਇੱਕ ਛੋਟੀ ਜਿਹੀ ਵਾਟਰ ਬੋਡੀ ਥੱਲੇ ਮੋਰੋਕੋ, ਉੱਪਰ ਸਪੇਨ। ਅਸੀਂ ਕਿਹਦੇ ਚ ਐਂਟਰ ਹੋ ਜਾਾਂਗੇ? ਅਟਲਾਂਟਿਕ ਮਹਾਸਾਗਰ ਚ, ਭਾਵ ਅੰਧ ਮਹਾਸਾਗਰ ਚ। ਸੋ ਜੇ ਇਹਨੂੰ ਕੋਈ ਸਾਫ਼ ਸੁਥਰੇ ਜੇ ਮੈਪ ਤੇ ਦੇਖਣਾ ਪਸੰਦ ਕਰਦਾ ਹੈ ਤਾਂ ਆਹ ਛੋਟੀ ਜਿਹੀ ਸਟ੍ਰੇਟ ਆ, ਜਿਹਦੇ ਥੱਲੜੇ ਪਾਸੇ ਮੋਰੋਕੋ ਤੇ ਉੱਪਰਲੇ ਪਾਸੇ ਕੀ ਆ ਜੀ? ਸਪੇਨ। ਦਿਸ ਇਜ਼ ਜਿਬਰਾਲਟਰ। ਤੇ ਤੁਹਾਨੂੰ ਪਤਾ ਜਿਬਰਾਲਟਰ ਇੱਥੇ ਛੋਟਾ ਜਿਹਾ ਸ਼ਹਿਰ ਆ, ਕਿਹੜੇ ਦੇਸ਼ ਦਾ ਸ਼ਹਿਰ ਹੈ? ਹਾਂਜੀ, ਯੂਕੇ ਦਾ। ਇਹਦੇ ਤੇ ਅੱਜ ਵੀ ਗੁਲਾਮੀ ਇੰਗਲੈਂਡ ਦੀ ਆ। ਜਿਬਰਾਲਟਰ ਸਪੇਨ ਚ ਹੈਗਾ ਹੈ, ਪਰ ਓਵਰਸੀਜ਼ ਟੈਰੀਟਰੀ ਆ, ਮਤਲਬ ਆਪਣੇ ਇਲਾਕੇ ਤੋਂ ਬਾਹਰ ਦਾ ਇੱਕ ਕਬਜ਼ੇ ਵਾਲਾ ਇਲਾਕਾ ਹੈ। ਅੱਜ ਵੀ ਦੁਨੀਆ ਗੁਲਾਮ ਆ, ਯਾਦ ਰੱਖਿਓ। ਠੀਕ ਆ, ਜਿਬਰਾਲਟਰ ਇਜ਼ ਯੂਕੇਜ਼ ਓਵਰਸੀਜ਼ ਟੈਰੀਟਰੀ। ਬਾਹਰਲੇ ਪਾਸੇ ਜਿਹੜਾ ਕਿਸੇ ਦਾ ਟਾਊਨ ਵਗੈਰਾ ਹੁੰਦਾ ਹੈ। ਅੱਗੇ ਆ ਗਈ ਗੱਲ ਪਲਕ ਸਟ੍ਰੇਟ ਦੀ। ਪਲਕ ਸਟ੍ਰੇਟ ਦਾ ਸੰਬੰਧ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਜੇ ਇੰਡੀਆ ਦੇ ਨਕਸ਼ੇ ਤੇ ਦੇਖਿਆ ਜਾਵੇ, ਆ ਇੰਡੀਆ ਹੈ, ਆ ਸ਼੍ਰੀਲੰਕਾ ਹੈ, ਇੱਥੇ ਪਲਕ ਸਟ੍ਰੇਟ ਆ। ਇੱਧਰਲੇ ਪਾਸੇ ਇੱਕ ਛੋਟੀ ਜਿਹੀ ਵਾਟਰ ਬੋਡੀ ਹੈ ਐਵੇਂ ਦੀ ਸ਼ੇਪ ਦੀ, ਇਹਨੂੰ ਕਹਿੰਦੇ ਗਲਫ ਆਫ ਮਨਾਰ। ਸੁਣਿਆ ਨਹੀਂ ਹੋਣਾ ਪਰ ਸੁਣ ਲਓ ਅੱਜ। ਇੱਧਰਲੇ ਪਾਸੇ ਇੱਕ ਵਾਟਰ ਬੋਡੀ ਆ ਆਹ ਵਾਲੀ, ਇਹਨੂੰ ਕਹਿੰਦੇ ਆ ਪਲਕ ਵੇ। ਇਹਨਾਂ ਦੋਵਾਂ ਦੇ ਵਿੱਚ ਦੇਖੋ ਐਵੇਂ ਆ ਇੰਡੀਆ, ਸਾਊਥ, ਇਹ ਐਵੇਂ ਐਵੇਂ ਜੇ ਐ ਜੇ ਸ਼ੇਪ ਬਣੀ ਹੋਈ ਇੰਡੀਆ ਦੀ। ਸੋ ਇੱਕ ਆਹ ਵਾਟਰ ਬੋਡੀ ਹੈ, ਇੱਕ ਆਹ ਵਾਟਰ ਬੋਡੀ, ਇਹਨਾਂ ਦੋ ਇੱਥੇ ਸ਼੍ਰੀਲੰਕਾ ਹੈ, ਇਹਨਾਂ ਦੋਵਾਂ ਦੇ ਵਿੱਚ ਪਲਕ ਸਟ੍ਰੇਟ ਆ। ਠੀਕ ਆ, ਪਲਕ ਸਟ੍ਰੇਟ ਕਿਹੜੀਆਂ ਕਿਹੜੀਆਂ ਦੋ ਵਾਟਰ ਬੋਡੀਜ਼ ਨੂੰ ਜੋੜਦੀ ਆ? ਪਲਕ ਬੇ ਨੂੰ ਤੇ ਗਲਫ ਆਫ ਮਨਾਰ ਨੂੰ। ਤੇ ਇਹ ਜਿਹੜੀ ਬੋਡੀ ਆ ਇਹ ਐਵੇਂ ਜੁੜਦੀ ਆ ਕੇ, ਠੀਕ ਆ, ਕਿ ਇਧਰਲੇ ਪਾਸੇ ਹੈਗਾ ਹੈ ਗਲਫ ਆਫ ਮਨਾਰ, ਇਧਰ ਹੈਗੀ ਆ ਪਲਕ ਬੇ। ਆ ਇੰਡੀਆ ਦਾ ਲਾਸਟ ਪੁਆਇੰਟ ਆ ਸ਼੍ਰੀਲੰਕਾ ਦਾ ਉਧਰੋਂ ਲਾਸਟ ਪੁਆਇੰਟ ਆ। ਇਸ ਆਈਲੈਂਡ ਦਾ ਨਾਮ ਆ ਰਾਮੇਸ਼ਵਰਮ ਆਈਲੈਂਡ। ਸ਼੍ਰੀਲੰਕਾ ਦੇ ਇਸ ਆਈਲੈਂਡ ਦਾ ਨਾਮ ਆ ਮਨਾਰ ਆਈਲੈਂਡ। ਕੀ ਨਾਮ ਆ ਜੀ? ਮਨਾਰ। ਕਿਹੜੇ ਕਿਹੜੇ ਦੋ ਆਈਲੈਂਡਸ ਉਲਟ ਪਾਸੇ ਨੇ? ਇੱਕ ਪਾਸੇ ਇੰਡੀਆ ਦਾ ਰਾਮੇਸ਼ਵਰਮ ਤੇ ਦੂਜੇ ਪਾਸੇ ਸ਼੍ਰੀਲੰਕਾ ਦਾ ਮਨਾਰ।
इंडिया के रमेशवरम आईलैंड ते सब तो अखीरला पॉइंट किहड़ा है भला? धनुषकोटी। किहड़ा है? श्रीलंका के मनार आईलैंड ते सब तो अखीरला पॉइंट किहड़ा है? तलाई मनार। इन्हां दोवां दे विच पलक स्ट्रेट आ जिथे कल्पना की जाती है कि राम सेतु आ, एडम ब्रिज आ, पढ़ा ना, वो राम सेतु की कल्पना इत्थे आ। भारत इसे दे विचों ही समुंदर दे विच जाण दी राह बना रहा है कि दुनिया नूं जे ये राह मिल जे तां टूर किन्ना सस्ता हो जे। ਇਹਦੇ वास्ते भारत सेतु सुंदरम प्रोजैक्ट चला रहा है, पर कुछ आस्था का प्रॉब्लम आने करके कि राम सेतु एक धार्मिक चीज़ है, इस करके भारत सरकार खुल के उस प्रोजैक्ट ते अजे काम नहीं कर पा रही। सो कहानी सारी समझ आ गई कि पलक स्ट्रेट की आ, सेतु सुंदरम प्रोजैक्ट की आ, ते ਇਹ ਕਿਹੜੇ-ਕਿਹੜੇ ਦੋ ਸ਼ਹਿਰਾਂ ਨੂੰ ਜੋੜਦਾ ਹੈ ਤੇ ਕਿਹੜੇ-ਕਿਹੜੇ ਦੋ ਆਈਲੈਂਡਸ ਨੂੰ ਜੋੜਦਾ ਹੈ, ਇਹਦੇ ਪਾਸੇ ਦੋ ਕਿਹੜੇ ਸਮੁੰਦਰ ਨੇ, ਕਿਹੜੀਆਂ ਦੋ ਵਾਟਰ ਬॉडीज ਨੇ। ਕਹਾਣੀ ਕਲੀਅਰ ਹੋ ਗਈ। ਨੈਕਸਟ ਅੱਗੇ ਆ ਜਾਓ। ਅੱਗੇ ਆ ਗਈ ਆਪਣੇ ਕੋਲ ਸੁੰਦਾ ਸਟ੍ਰੇਟ। ਸੁੰਦਾ ਸਟ੍ਰੇਟ ਕਿੱਥੇ ਆ? ਸੋ ਸਿੰਪਲ ਜੀ ਗੱਲ ਆ, ਅਫਰੀਕਾ ਦੇ ਉੱਥੇ ਜਾਵਾ ਨੂੰ ਮੇਨ ਇੰਡੋਨੇਸ਼ੀਆ ਤੋਂ ਅੱਡ ਕਰਨ ਵਾਲੀ ਆ ਸੁੰਦਾ ਸਟ੍ਰੇਟ। ਜ਼ਿਆਦਾ ਚੱਕਰਾਂ 'ਚ ਨਹੀਂ ਪੈਂਦੇ। ਆ ਜਾਓ ਇੰਡੀਆ, ਇੰਡੀਆ ਦੇ ਨਾਲ ਆ ਇੰਡੋਨੇਸ਼ੀਆ, ਇੰਡੋਨੇਸ਼ੀਆ ਦੇ ਆ ਦੋ ਆਈਲੈਂਡ ਆ। ਇੰਡੋਨੇਸ਼ੀਆ ਇੱਕ ਅਜਿਹਾ ਦੇਸ਼ ਆ ਜਿਹੜਾ ਦੁਨੀਆ ਦੇ ਵਿੱਚ ਦੇਸ਼ ਹੀ ਹੈ ਨਹੀਂ, ਉਹ ਛੋਟੇ ਛੋਟੇ ਆਈਲੈਂਡਸ ਤੋਂ ਬਣਿਆ ਹੈ। ਛੋਟੇ ਛੋਟੇ ਆਈਲੈਂਡਸ ਜਿਹੜੇ ਇੱਕੋ ਸਮੇਂ ਕਾਲ 'ਚ ਬਣੇ ਹੋਣ, ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਸਮੂਹ ਜਿਹੜਾ ਹੁੰਦਾ ਨਾ, ਉਹਨੂੰ ਕਹਿੰਦੇ ਆਰਕੀਓਪਲੈਜੀਓ। ਕੀ ਕਹਿੰਦੇ ਆ? ਇੱਕੋ ਸਮੇਂ ਸਾਰਣੀ 'ਚ ਬਣੇ ਹੋਏ ਬਹੁਤ ਸਾਰੇ ਆਈਲੈਂਡਸ ਜਦੋਂ ਮਿਲ ਕੇ ਦੇਸ਼ ਬਣਾਉਂਦੇ ਤਾਂ ਉਹਨੂੰ ਆਰਕੀਓਪਲੈਜੀਓ। ਇੰਡੋਨੇਸ਼ੀਆ ਇਜ਼ ਆਰ ਲਾਰਜੈਸਟ ਆਰਕੀਓਪਲੈਜੀਓ ਆਫ ਵਰਲਡ। ਇਹ ਰੱਟਾ ਮਾਰ ਲਿਓ। ਇਹਦੇ ਆ ਦੋ ਆਈਲੈਂਡਸ ਨੂੰ ਆਪਸ 'ਚ ਜੋੜਨ ਵਾਲੀ ਕਿਹੜੀ ਸਟ੍ਰੇਟ ਆ ਜੀ? ਸੁੰਦਾ ਸਟ੍ਰੇਟ। ਸੋ ਆ ਜਾਓ। ਸੋ ਨਕਸ਼ੇ 'ਚ ਦੇਖ ਹੀ ਲਈ ਆ, ਕਲੀਅਰ ਆ ਗੱਲ, ਲਿਖਿਆ ਵੀ ਆ। ਅੱਗੇ ਆ ਗਿਆ ਸਟ੍ਰੇਟ ਆਫ ਟੈਰੀਟਰੀ। ਇਹ ਬੇਸਿਕਲੀ ਸਟ੍ਰੇਟ ਆਫ ਟੈਰੀਟਰੀ ਕੀ ਆ? ਇੱਕ ਨਾ ਆਹ ਵਾਲਾ ਛੋਟੀ ਜੀ ਇੱਥੇ ਵਾਟਰ ਬॉडी ਆ, ਇੱਥੇ ਕਨੈਕਟ ਹੋ ਗਿਆ। ਇਹ ਸੀ ਆਫ ਓਸ਼ਾਕ ਨੂੰ ਜੋੜਦੀ ਆ ਸੀ ਆਫ ਜਾਪਾਨ ਨਾਲ। ਠੀਕ ਆ, ਵਾਟਰ ਬॉडी ਕਿੱਥੇ ਆ ਦੇਖਣ ਦੀ ਕੋਸ਼ਿਸ਼ ਕਰਦੇ ਆ ਆਪਾਂ। ਇਹ ਆ ਲਓ ਜੀ, ਇਹ ਆ ਰਹੀ ਆ ਵਾਟਰ ਬॉडी ਹੈ ਜਿਹੜੀ ਜਿਹੜੀ ਆ ਵਾਟਰ ਬॉडी ਆ ਇਸ ਇਲਾਕੇ ਨੂੰ ਆਪਸ ਜੋੜਦੀ ਆ। ਇਹਨੂੰ ਆਪਾਂ ਕੀ ਕਹਿੰਦੇ ਆ? ਸਟ੍ਰੇਟ ਆਫ ਟੈਰੀਟਰੀ, ਜਿਹੜੀ ਜਾਪਾਨ ਦੇ ਵਿੱਚ ਆ। ਜਾਪਾਨ ਨੂੰ ਕਨੈਕਟ ਕਰ, ਸੌਰੀ ਗਲਤ ਹੋ ਗਿਆ। ਆ ਰਹੀ ਆਹ ਵਾਲੀ ਵਾਟਰ ਬॉडी, ਇਹ ਆਹ ਵਾਲੀ ਵਾਟਰ ਬॉडी ਜਿਹੜੀ ਜਾਪਾਨ ਨੂੰ ਇੱਥੋਂ ਕਨੈਕਟ ਕਰਦੀ ਆ, ਆਹ ਵਾਲੀ ਸਟ੍ਰੇਟ ਆਫ ਟੈਰੀਟਰੀ। ਠੀਕ ਆ, ਇੱਕ ਪਾਸੇ ਜਾਪਾਨ ਸੀ ਆ, ਇੱਕ ਪਾਸੇ ਈਸਟ ਚਾਈਨਾ ਸੀ ਆ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ। ਹੁਣ ਆ ਗਿਆ ਕਿ ਮੈਡੀਟੇਰੀਅਨ ਸੀ ਦੇ ਵਿੱਚ ਹੀ ਬਹੁਤ ਸਾਰੀਆਂ ਸਟ੍ਰੇਟਸ ਨੇ। ਕਿਉਂ? ਕਿਉਂਕਿ ਮੈਡੀਟੇਰੀਅਨ ਸੀ ਦੀ ਇੱਕ ਪ੍ਰੋਬਲਮ ਆ ਕਿ ਮੈਡੀਟੇਰੀਅਨ ਸੀ ਦੇ ਅੰਦਰ ਵੀ ਕਈ ਸਮੁੰਦਰ ਨੇ। ਮੈਡੀਟੇਰੀਅਨ ਸੀ ਦੇ ਅੰਦਰ ਕਿਉਂ ਇੰਨੇ ਸਮੁੰਦਰ ਆ? ਆਜੋ ਪੜ੍ਹਦੇ ਉਹਨਾਂ ਦੇ ਬਾਰੇ। ਕਹਿੰਦੇ ਆਪਾਂ ਜੇ ਮੈਡੀਟੇਰੀਅਨ ਸੀ ਚ ਆਉਣਾ ਹੋਵੇ ਤੇ ਇੱਥੇ ਬਲੈਕ ਸੀ ਆ, ਪਤਾ ਸਾਰਿਆਂ ਨੂੰ। ਬਲੈਕ ਸੀ ਤੋਂ ਤੁਸੀਂ ਬੋਸਫੋਰਸ ਸਟ੍ਰੇਟ ਦੇ ਥਰੂ ਐਂਟਰ ਹੋਏ ਇੱਥੇ, ਇਹ ਹੈਗਾ ਸੀ ਆਫ ਮਰਮਰਾ। ਇਹਦੇ ਤੋਂ ਬਾਅਦ ਤੁਸੀਂ ਇੱਥੇ ਦਰਦੇਨਲੀਜ਼ ਦੀ ਸਟ੍ਰੇਟ ਤੋਂ ਬਾਅਦ ਐਂਟਰ ਹੋ ਗਏ ਕਿਹਦੇ ਚ? ਮੈਡੀਟੇਰੀਅਨ ਸੀ ਚ। ਪਰ ਮੈਡੀਟੇਰੀਅਨ ਸੀ ਚ ਤਾਂ ਐਂਟਰ ਹੋ ਗਏ, ਇਹ ਤਾਂ ਪੁਰਾਣੀ ਹੀ ਫਲੈਸ਼ਬੈਕ ਚੱਲੀ, ਆਪਣੀ ਪੁਰਾਣੀ ਕਹਾਣੀ ਚੱਲੀ ਹੈ। ਅੱਗੇ ਚਲਾਈਏ ਆਪਾਂ ਇਸ ਕਹਾਣੀ ਨੂੰ। ਕਹਾਣੀ ਇੱਥੋਂ ਚੱਲੂਗੀ ਕਿ ਮੈਡੀਟੇਰੀਅਨ ਸੀ ਦੇ ਅੰਦਰ ਵੀ ਕਈ ਸਮੁੰਦਰ ਆ। ਜਿਵੇਂ ਮੈਡੀਟੇਰੀਅਨ ਸੀ ਦੇ ਇਸ ਹਿੱਸੇ ਨੂੰ ਕਿਹਾ ਜਾਂਦਾ ਏਜੀਅਨ ਸੀ, ਇਸ ਹਿੱਸੇ ਨੂੰ ਕਿਹਾ ਜਾਂਦਾ ਐਡਿਆਟਿਕ ਸੀ, ਇਸ ਹਿੱਸੇ ਨੂੰ ਕਿਹਾ ਜਾਂਦਾ ਅਨੀਅਨ ਸੀ, ਇਹਨੂੰ ਟੈਰੀਅਨ ਸੀ, ਇਹਨੂੰ ਬਲੇਆਰਕ ਸੀ, ਇਹਨੂੰ ਕਿਹਾ ਜਾਂਦਾ ਹੈ ਲਿਊਗੇਰੀਅਨ ਸੀ। ਠੀਕ ਆ, ਇੱਕ ਸੀ ਦੇ ਅੰਦਰ ਕਈ ਸਮੁੰਦਰ ਆ, ਛੋਟੇ ਛੋਟੇ ਹਿੱਸਿਆਂ ਨੂੰ ਵੱਖੋ ਵੱਖ ਨਾਮ ਦਿੱਤੇ ਆ। ਇਟਲੀ ਦਾ ਇੱਕ ਛੋਟਾ ਜਿਹਾ ਹਿੱਸਾ ਟੁੱਟ ਕੇ ਅੱਡ ਹੋਇਆ, ਇਹਨੂੰ ਕਹਿੰਦੇ ਸਿਸਲੀ। ਠੀਕ ਆ, ਇੱਕ ਇੱਥੇ ਛੋਟਾ ਜਿਹਾ ਆਈਲੈਂਡ ਆ ਸਰਦੀਨੀਆ, ਇਟ ਬਿਲੋਂਗਸ ਟੂ ਇਟਲੀ। ਇਹਦੇ ਉੱਪਰ ਇੱਕ ਆਈਲੈਂਡ ਆ ਕੋਰਾਸਿਕਾ, ਜਿੱਥੋਂ ਦਾ ਨੈਪੋਲੀਅਨ ਸੀ। ਇਹ ਫਰਾਂਸ ਦਾ ਆਈਲੈਂਡ ਆ। ਕੋਰਾਸਿਕਾ ਜਿਹੜਾ ਇਹ ਫਰਾਂਸ ਦਾ ਹੈ, ਫਰਾਂਸ ਇੱਧਰ ਆ, ਫਰਾਂਸ ਦਾ ਆਈਲੈਂਡ ਆ। ਫਰਾਂਸ ਦੇ ਕੋਰਾਸਿਕਾ ਤੇ ਇਟਲੀ ਦੇ ਸਰਦਾਨੀਆ ਦੇ ਵਿੱਚ ਇੱਕ ਛੋਟੀ ਜਿਹੀ ਵਾਟਰ ਬॉडी ਆ ਜਿਹਨੂੰ ਬੋਨਫੇਸੀਓ ਕਹਿੰਦੇ ਆ। ਇਹ ਕਿਹੜੀ ਸਟ੍ਰੇਟ ਆ? ਬੋਨਫੇਸੀਓ ਸਟ੍ਰੇਟ। ਕਿਹਨੂੰ ਕਿਹਦੇ ਤੋਂ ਅੱਡ ਕਰਦੀ ਆ? ਬੋਨਫੇਸੀਓ ਸਟ੍ਰੇਟ ਕੋਰਾਸਿਕਾ ਨੂੰ ਤੇ ਸਰਦੀਨੀਆ ਨੂੰ ਅੱਡ ਕਰਦੀ ਆ। ਨੈਪੋਲੀਅਨ ਦਾ ਜਨਮ ਕਿੱਥੇ ਹੋਇਆ ਹੈ? ਕੋਰਾਸਿਕਾ ਚ। ਕੋਰਾਸਿਕਾ ਕਿਹੜੇ ਦੇਸ਼ ਦਾ ਆਈਲੈਂਡ ਆ? ਫਰਾਂਸ ਦਾ। ਤੇ ਕਿਹੜੇ ਸਮੁੰਦਰ ਦੇ ਵਿੱਚ ਆ? ਮੈਡੀਟੇਰੀਅਨ। ਰੱਟਾ ਤਾਂ ਨਹੀਂ ਮਾਰੋਗੇ, ਲੋੜ ਵੀ ਨਹੀਂ। ਹੁਣ ਆ ਗਿਆ ਸਿਸਲੀ। ਸਿਸਲੀ ਬਾਕੀ ਦੇ ਇਟਲੀ ਤੋਂ ਥੋੜਾ ਜਿਹਾ ਅੱਡ ਆ। ਸਵਾਲ ਇਹ ਆ ਕਿ ਸਿਸਲੀ ਨੂੰ ਬਾਕੀ ਦੇ ਇਟਲੀ ਤੋਂ ਅੱਡ ਕਿਹੜੀ ਸਟ੍ਰੇਟ ਕਰਦੀ ਆ? ਮਸੀਨਾ ਸਟ੍ਰੇਟ। ਕਿਹੜੀ ਸਟ੍ਰੇਟ? ਮੈਸੀਨਾ ਸਟ੍ਰੇਟ। ਮੈਸੀਨਾ ਇਹਨੂੰ ਅੱਡ ਕਰਦੀ ਹੈ। ਤੇ ਸਿਸਲੀ ਤੋਂ ਥੱਲੇ ਆ ਅਫਰੀਕਾ ਹੈ। ਸਿਸਲੀ ਤੋਂ ਥੱਲੇ ਕੀ ਆ ਜੀ? ਅਫਰੀਕਾ। ਉਹ ਟੂਨੀਸ਼ੀਆ ਅਫਰੀਕਾ ਚ ਆ ਗਏ ਆਪਾਂ, ਕਿਉਂਕਿ ਮੈਡੀਟੇਰੀਅਨ ਸੀ ਦੇ ਥੱਲੇ ਕੀ ਆ? ਅਫਰੀਕਾ। ਉੱਪਰ ਕੀ ਆ? ਯੂਰਪ। ਤੇ ਆ ਜਿਹੜੀ ਸਟ੍ਰੇਟ ਆ ਇਹਨੂੰ ਲੋਕ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਸਿਸਲੀ ਸਟ੍ਰੇਟ। ਕਿਹੜੀ ਸਟ੍ਰੇਟ? ਸਿਸਲੀ ਸਟ੍ਰੇਟ। ਆ ਜਾਓ।
ਇਟਲੀ ਚ ਆ ਐਡਿਆਟਿਕ ਸੀ ਆ ਅਨੀਅਨ ਸੀ ਆ, ਇਹਨਾਂ ਦੋਵਾਂ ਦੇ ਵਿੱਚ ਇੱਕ ਸਟ੍ਰੇਟ ਆ, ਇਹਨੂੰ ਟੋਰਾਂਟੋ ਸਟ੍ਰੇਟ ਕਹਿੰਦੇ ਆ। ਟੋਰਾਂਟੋ ਸਟ੍ਰੇਟ ਕਿਹਨੂੰ ਕਿਹਦੇ ਤੋਂ ਅੱਡ ਕਰਦੀ ਆ? ਮੈਡੀਟੇਰੀਅਨ ਸੀ ਦੇ ਵਿੱਚ ਹੀ ਐਡਿਆਟਿਕ ਸੀ ਤੇ ਅਨੀਅਨ ਸੀ ਨੂੰ ਅੱਡ ਕਰਦੀ ਆ ਕਿਹੜੀ ਸਟ੍ਰੇਟ? ਟੋਰਾਂਟੋ ਸਟ੍ਰੇਟ। ਕਿਹੜੀ? ਟੋਰਾਂਟੋ। ਸੋ ਆ ਦੇਖੋ, ਰੱਟੇ ਮਾਰਨ ਦੀ ਲੋੜ ਹੀ ਨਹੀਂ। ਇਸ ਤੋਂ ਬਿਨਾ ਹੋਰ ਵੀ ਕਈ ਇੰਪੋਰਟੈਂਟ ਸਟ੍ਰੇਟਸ ਨੇ ਜੋ ਪੇਪਰ ਚ ਆ ਜਾਂਦੀਆਂ। ਤੁਸੀਂ ਯਾਦ ਕਰੋ, ਆ ਰੈੱਡ ਸੀ ਤੋਂ ਉੱਪਰ, ਰੈੱਡ ਸੀ ਤੋਂ ਉੱਪਰ ਤੁਸੀਂ ਇੱਕ ਨਾ ਐਵੇਂ ਦੀ ਸ਼ਕਲ ਦੇਖੀ ਸੀ, ਆ ਜਾਓ ਇਹ ਗੌਰ ਕਰੋ, ਆ ਰਿਹਾ ਰੈੱਡ ਸੀ। ਰੈੱਡ ਸੀ ਨੂੰ ਖੋਲ ਕੇ ਦੇਖੋ, ਆ ਦੇਖੋ, ਜੇ ਅਸੀਂ ਰੈੱਡ ਸੀ ਨੂੰ ਓਪਨ ਕਰੀਏ ਥੋੜਾ ਜਿਹਾ, ਆ ਦੇਖੋ ਰੈੱਡ ਸੀ ਦੇ ਉੱਪਰ, ਰੈੱਡ ਸੀ ਦੇ ਉੱਪਰ ਜਾ ਕੇ ਐਵੇਂ ਦੀ ਸ਼ੇਪ ਬਣਦੀ ਹੈ ਨਾ, ਇਹ ਇਜਿਪਟ ਆ। ਇਜਿਪਟ ਦਾ ਹੀ ਇੱਕ ਪਾਰਟ ਇੱਥੇ ਆ ਗੁਲਾਬੀ ਜੇ ਕਲਰ ਦਾ। ਤਾਂ ਰੈੱਡ ਸੀ ਤੋਂ ਬਾਅਦ ਆ ਕੀ ਚੀਜ਼ ਆ ਤੇ ਆ ਕੀ ਚੀਜ਼ ਆ? ਆ ਤਾਂ ਮੈਡੀਟੇਰੀਅਨ ਸੀ ਆ। ਇੱਥੇ ਕਨਾਲ ਬਣੀ ਹੋਈ ਆ, ਇੱਥੇ ਕੀ ਬਣੀ ਹੋਈ ਆ? ਕਨਾਲ। ਹੁਣ ਇਸ ਸ਼ੇਪ ਨੂੰ ਇਨਲਾਰਜ ਕਰਕੇ ਦੇਖਦੇ ਆ, ਆ ਜਾਓ। ਕਹਿੰਦੇ ਇੱਕ ਗੱਲ ਯਾਦ ਰੱਖਿਓ, ਹੁਣ ਰੈੱਡ ਸੀ, ਰੈੱਡ ਸੀ ਤੋਂ ਅੱਗੇ ਨਾ ਇੱਥੇ ਖਾਈ ਹੈ ਇੱਕ ਛੋਟੀ ਜੀ ਹੋਰ, ਡੀਪ ਚ ਜਾ ਕੇ ਦਿਖਾਇਆ ਸੀ ਨਾ ਤੁਹਾਨੂੰ ਮੈਂ, ਇਹਨੂੰ ਕਹਿੰਦੇ ਆ ਗਲਫ ਆਫ ਸੁਏਜ਼। ਕਿਹੜੀ ਆ? ਸੁਏਜ਼ ਦੀ ਖਾੜੀ। ਇੱਥੇ ਆ ਮੈਡੀਟੇਰੀਅਨ ਸੀ। ਸਮਝ ਆ ਗਈ ਗੱਲ? ਇਹ ਐਵੇਂ ਦੀ ਇੱਕ ਜਗ੍ਹਾ ਹੈ, ਧਰਤੀ ਆ, ਇਹਨੂੰ ਕਹਿੰਦੇ ਸਿਨਾਈ। ਕੀ ਕਹਿੰਦੇ ਆ? ਸਿਨਾਈ। ਸਿਨਾਈ ਨਹੀਂ ਕਵਾਂਗੇ, ਇਹਦਾ ਸਹੀ ਨਾਮ ਆ ਸਿਨਾਈ ਪੈਨਿਨਸੂਲਾ। ਤੁਹਾਨੂੰ ਇਹ ਯਕੀਨ ਆ ਗਿਆ ਕਿ ਇਹ ਵੀ ਪੈਨਿਨਸੂਲਾ ਹੈ, ਕਿਉਂਕਿ ਇਹਦੇ ਕਿੰਨੇ ਪਾਸੇ ਪਾਣੀ ਆ? 3 ਪਾਸੇ ਪਾਣੀ, ਇਸ ਕਰਕੇ ਇਹਨੂੰ ਸਿਨਾਈ ਪੈਨਿਨਸੂਲਾ ਕਹਿਣਾ ਹੈ। ਇਹਦੇ ਇੱਕ ਪਾਸੇ ਵਾਟਰ ਬॉडी ਹੈ ਗਲਫ ਆਫ ਅਕਾਬਾ। ਦਿਖਦੀ ਵੀ ਨਹੀਂ ਯਾਰ, ਤੁਸੀਂ ਆਪ ਹਿਸਾਬ ਲਾ ਕੇ ਦੇਖੋ ਇਹ ਦਿਸੂਗੀ ਕਿਵੇਂ? ਤੁਹਾਨੂੰ ਇਹ ਮੈਪ ਤੇ ਇਨਲਾਰਜ ਕਰਕੇ ਹੀ ਦੇਖਣੀ ਪਊਗੀ। ਇਹ ਇੱਕ ਪਾਸਾ ਆ ਰਿਹਾ, ਇੱਕ ਪਾਸਾ ਆ ਰਿਹਾ, ਦਿਸ ਰਿਹਾ ਨਾ? ਸੋ ਇਹ ਪਤਲੀਆਂ ਪਤਲੀਆਂ ਵਾਟਰ ਬॉडीज ਨੂੰ ਮੈਂ ਕਹਿ ਰਿਹਾ ਗਲਫ ਆਫ ਅਕਾਬਾ, ਤੇ ਇੱਕ ਪਾਸੇ ਆ ਰੈੱਡ ਸੀ ਆ, ਇੱਕ ਪਾਸੇ ਗਲਫ ਆਫ ਸੁਏਜ਼ ਆ, ਇੱਕ ਪਾਸੇ ਰੈੱਡ ਸੀ ਆ। ਇਹਨਾਂ ਦੋਵਾਂ ਦੇ ਵਿੱਚ ਕੋਈ ਸਟ੍ਰੇਟ ਨਹੀਂ ਹੈਗੀ ਕਿਉਂਕਿ ਇਹ ਸਿੱਧੀ ਚੌੜੀ ਆ। ਇੱਥੇ ਆ ਕੇ ਸਾਈਜ਼ ਬੜਾ ਘਟ ਜਾਂਦਾ, ਇਸ ਕਰਕੇ ਗਲਫ ਆਫ ਅਕਾਬਾ ਤੇ ਰੈੱਡ ਸੀ ਦੇ ਵਿੱਚ ਇੱਕ ਸਟ੍ਰੇਟ ਜ਼ਰੂਰ ਆ, ਪਤਲੀ ਜੀ, ਕਿਉਂਕਿ ਵਿੱਚ ਜੇ ਤਾਂ ਗੈਪ ਨਾ ਹੁੰਦਾ, ਸਿੱਧਾ ਸਿੱਧਾ ਫਲੈਟ ਹੁੰਦਾ, ਫਿਰ ਸਟ੍ਰੇਟ ਥੋੜਾ ਹੁੰਦੀ। ਇਸ ਸਟ੍ਰੇਟ ਦਾ ਨਾਮ ਆ ਸਟ੍ਰੇਟ ਆਫ ਟਾਈਟਨ, TITAN, ਸਟ੍ਰੇਟ ਆਫ ਟਾਈਟਨ। ਸੋ ਤਾਰਾਨ, ਸੌਰੀ ਟਾਈਟਨ कहता, ਸਟ੍ਰੇਟ ਆਫ ਤਾਇਰਾਨ। ਇਹ ਗਲਫ ਆਫ ਅਕਾਬਾ ਤੇ ਰੈੱਡ ਸੀ ਨੂੰ ਜੋੜਦੀ ਹੈ। ਤੁਸੀਂ ਕਹੋਗੇ ਸਰ ਰੈੱਡ ਸੀ ਤੇ ਗਲਫ ਆਫ ਸੁਏਜ਼ ਨੂੰ ਵੀ ਤਾਂ ਕੋਈ ਜੋੜਦੀ ਹੋਊਗੀ। ਬਈ ਇੱਥੇ ਕੋਈ ਚੌੜਾਈ, ਛੋਟੀ ਬॉडी ਨਹੀਂ ਹੈ, ਇਹ ਸਿੱਧਾ ਹੀ ਚੌੜਾ ਹੈ, ਇਸ ਕਰਕੇ ਇੱਧਰ ਕੋਈ ਸਟ੍ਰੇਟ ਨਹੀਂ ਹੈਗੀ। ਐਨੀ ਡਾਊਟ? ਸੋ ਨੈਕਸਟ ਉਸ ਤੋਂ ਬਾਅਦ ਆ ਗਈ ਆ ਦੇਖੋ, ਆ US ਦੇ ਥੱਲੇ ਸਟ੍ਰੇਟ ਆਫ ਫਲੋਰੀਡਾ ਹੈ। ਇਹੋ ਜੇ ਗ੍ਰੀਨ, ਆ ਗ੍ਰੀਨਲੈਂਡ ਆ। ਜੇ ਤੁਸੀਂ ਨਕਸ਼ੇ ਤੇ ਦੇਖੋ ਗ੍ਰੀਨਲੈਂਡ, ਇਹ ਮੈਂ ਤੁਹਾਨੂੰ ਦਿਖਾ ਦਾਂ ਆ ਸਟ੍ਰੇਟ ਕਿੱਥੇ ਦੱਸ ਰਿਹਾ ਮੈਂ ਤੁਹਾਨੂੰ। ਨਕਸ਼ੇ ਨੂੰ ਛੋਟਾ ਕਰੋ, ਠੀਕ ਆ, ਉੱਪਰ ਆਓ, ਆ ਜਿਹੜੀ ਆ ਵੀ ਇੱਕ ਸਟ੍ਰੇਟ ਆ ਵਾਟਰ ਬॉडी, ਜਿਹੜੀ ਇਸ ਸਮੁੰਦਰ ਨੂੰ ਇਸ ਸਮੁੰਦਰ ਨਾਲ ਜੋੜਦੀ ਹੈ। ਆ ਜਾਓ, ਇਸ ਸਟ੍ਰੇਟ ਨੂੰ ਕੀ ਕਿਹਾ ਜਾਂਦਾ ਹੈ? ਇਸ ਸਟ੍ਰੇਟ ਨੂੰ ਕਿਹਾ ਜਾਂਦਾ ਡੇਵਿਸ ਸਟ੍ਰੇਟ। ਕਿਹੜੀ ਸਟ੍ਰੇਟ ਆ? ਡੇਵਿਸ। ਸੋ ਆ ਡੇਵਿਸ ਸਟ੍ਰੇਟ ਆ, ਇੱਕ ਪਾਸੇ ਗ੍ਰੀਨਲੈਂਡ। ਗ੍ਰੀਨਲੈਂਡ ਇਜ਼ ਟੈਰੀਟਰੀ ਆਫ ਡੈਨਮਾਰਕ। ਉਹ ਗ੍ਰੀਨਲੈਂਡ ਕਿੱਥੋਂ ਦੀ ਟੈਰੀਟਰੀ ਆ? ਡੈਨਮਾਰਕ ਦੀ ਟੈਰੀਟਰੀ ਆ, ਇਹ ਯਾਦ ਰੱਖਿਓ। ਸੋ ਆ ਆਪਣੇ ਕੋਲ ਡੈਨਮਾਰਕ, ਇਹ ਤਾਂ ਨਾਰਮਲ ਆ ਗਈਆਂ, ਠੀਕ ਆ। ਸੋ ਸਿਮਿਲਰਲੀ ਆਪਣੇ ਕੋਲ ਆ ਦੇਖੋ, ਜੇ ਆਪਾਂ ਨੂੰ ਪੇਪਰ ਚ ਆ ਗਿਆ ਕਿ ਆਪਾਂ ਨੂੰ ਆ ਪੇਪਰ ਚ ਆ ਗਿਆ ਕਿ ਯੂਕਾਟਨ ਸਟ੍ਰੇਟ ਕਿੱਥੇ ਆ? ਯੂਕਾਟਨ ਸਟ੍ਰੇਟ। ਆ ਜਾਓ, ਮੈਂ ਤੁਹਾਨੂੰ ਯੂਕਾਟਨ ਸਟ੍ਰੇਟ ਦੀ ਵੀ ਇਮੇਜਿਨੇਸ਼ਨ ਕਰ ਦਿੰਦਾ ਕਿ ਯੂਕਾਟਨ ਸਟ੍ਰੇਟ ਆ ਗਿਆ ਆਪਾਂ, ਠੀਕ ਆ। ਆ ਮੈਪ ਨੂੰ ਅਮਰੀਕਾ ਚ ਵੱਡਾ ਕੀਤਾ। ਅਮਰੀਕਾ ਦੇ ਮੈਪ ਚ ਜਿਹੜਾ ਉੱਪਰਲਾ ਇਲਾਕਾ ਹੈ ਇਹਨੂੰ ਕਹਿੰਦੇ ਨਾਰਥ ਅਮਰੀਕਾ, ਥੱਲੜੇ ਇਲਾਕੇ ਨੂੰ ਕਹਿੰਦੇ ਸਾਊਥ ਅਮਰੀਕਾ। ਸਾਊਥ ਅਮਰੀਕਾ ਚ ਕਈ ਦੇਸ਼ ਨੇ, ਅਰਜਨਟੀਨਾ, ਚਿਲੀ, ਯੂਰਾਗੇ, ਪੈਰਾਗੇ, ਅਬ ਵਿਚਲਾ ਇਲਾਕਾ ਕੀ ਆ? ਇਹਨੂੰ ਕਹਿੰਦੇ ਆ ਸੈਂਟਰਲ ਅਮਰੀਕਾ। ਕਿਹੜਾ? ਸੈਂਟਰਲ। ਸੈਂਟਰਲ ਅਮਰੀਕਾ ਚ ਗੌਰ ਕਰਿਓ, ਆ ਇੱਕ ਪੀਲੇ ਜਿਹੇ ਰੰਗ ਦਾ ਦੇਸ਼ ਆ, ਆ ਇੱਕ ਦੇਸ਼ ਆ ਵਾਲਾ, ਆ ਵਾਲਾ, ਇਹਨੂੰ ਕਹਿੰਦੇ ਆ ਪਨਾਮਾ ਦੇਸ਼। ਪਨਾਮਾ ਦੇ ਵਿੱਚ ਕੋਈ ਵੀ ਸਟ੍ਰੇਟ ਨਹੀਂ ਹੈਗੀ, ਫਿਰ ਇਹਨੂੰ ਕੱਟਿਆ ਗਿਆ। ਇਹ ਇਸਥਮਸ ਸੀਗੀ, ਪੜਾਇਆ ਨਾ ਮੈਂ, ਤਾਂ ਇਹਨੂੰ ਕੱਟ ਕੇ ਫਿਰ ਕੀ ਬਣ ਗਈ? ਸਟ੍ਰੇਟ। ਇਜ਼ ਇਟ ਟਰੂ ਔਰ ਫਾਲਸ? ਫਾਲਸ। ਕੀ ਬਣ ਗਈ? ਕਨਾਲ। ਕਿਉਂਕਿ ਜਦੋਂ ਆਪਾਂ ਇਸਥਮਸ ਨੂੰ ਕੱਟ ਕੇ ਆਪ ਬਣਾਉਨੇ ਆ, ਫਿਰ ਉਹ ਕਨਾਲ ਹੁੰਦੀ ਆ, ਸਟ੍ਰੇਟ ਨਹੀਂ ਹੁੰਦੀ। ਪਰ ਮੈਂ ਤਾਂ ਕਿਤੇ ਹੋਰ ਪਾਸੇ ਆਇਆ ਸੀ। ਆ ਕਿਊਬਾ ਹੈ, ਕਿਊਬਾ ਦੇ ਨਾਲ ਆ ਸਾਰਾ ਮੈਕਸੀਕੋ ਤੋਂ ਥੱਲੇ ਨਾ ਆ ਸਾਰਾ ਸੈਂਟਰਲ ਅਮਰੀਕਾ ਹੈ। ਇਹ ਕੀ ਹੈ ਜੀ? ਸੈਂਟਰਲ ਅਮਰੀਕਾ। ਆ ਨਾਰਥ ਅਮਰੀਕਾ। ਨਾਰਥ ਅਮਰੀਕਾ ਚ ਤਾਂ ਦੇਸ਼ ਹੀ 3 ਆ। ਕਿਹੜੇ ਕਿਹੜੇ ਭਲਾ? USA, ਜਿਹਨੂੰ ਆਪਾਂ ਅਮਰੀਕਾ ਵੀ ਕਹਿ ਦਿੰਦੇ, ਵੈਸੇ ਉਹਦਾ ਨਾਮ USA ਆ, ਇੱਕ ਕੈਨੇਡਾ ਤੇ ਇੱਕ ਮੈਕਸੀਕੋ। ਤੇ ਸਾਊਥ ਅਮਰੀਕਾ ਸ਼ੁਰੂ ਹੁੰਦਾ ਕੋਲੰਬੀਆ, ਵੈਨੀਜ਼ੂਲਾ, ਫਲਾਂ। ਵਰਲਡ ਮੈਪ ਵੀ ਸਟੈਟਿਕ ਜੀਕੇ ਚ ਹੀ ਪੜਾਵਾਂਗੇ, ਟੈਨਸ਼ਨ ਨਾ ਲਓ। ਪਰ ਜਿਹੜੇ ਵਿੱਚ ਆ ਸੈਂਟਰਲ ਅਮਰੀਕਾ ਦੇ ਦੇਸ਼ ਆ, ਇੱਥੇ ਇੱਕ ਦੇਸ਼ ਕੂਬਾ ਵੀ ਆ। ਕੂਬਾ ਬਾਕੀ ਦੇ ਮੇਨ ਲੈਂਡ ਦੇ ਅਮਰੀਕਾ ਤੋਂ ਅੱਡ ਆ,
ਯੂਟਾਕਨ ਸਟ੍ਰੇਟ ਦੇ ਨਾਲ। ਕਿਹੜੀ ਸਟ੍ਰੇਟ ਦੇ ਨਾਲ? ਯੂਟਾਕਨ ਸਟ੍ਰੇਟ ਦਾ ਜਿਹੜੀ ਆ ਉਹ ਕਿਊਬਾ ਨੂੰ ਅੱਡ ਕਰ ਦਿੰਦੀ ਆ ਬਾਕੀ ਸਾਰੇ ਅਮਰੀਕਾ ਤੋਂ। ਬਾਕੀ ਸਾਰਾ ਅਮਰੀਕਾ ਕਨੈਕਟਡ ਆ, ਕੈਨੇਡਾ, ਅਮਰੀਕਾ, ਮੈਕਸੀਕੋ, ਸੈਂਟਰਲ ਅਮਰੀਕਾ ਤੇ ਸਾਊਥ ਅਮਰੀਕਾ। ਇਹ ਇੱਕ ਕੰਟੀਨੈਂਟ ਆ ਦੂਜਾ ਕੰਟੀਨੈਂਟ ਆ। ਸੈਂਟਰਲ ਅਮਰੀਕਾ ਵਿੱਚ ਵਿਚਾਲੇ ਜੇ ਰਹਿ ਜਾਂਦਾ, ਉਹ ਕਿਸੇ ਕੰਟੀਨੈਂਟ 'ਚ ਨਹੀਂ ਆਉਂਦਾ। ਦੁਨੀਆ 'ਚ ਕੰਟੀਨੈਂਟ ਭਾਵ ਮਹਾਦੀਪ ਕਿਹੜੇ ਕਿਹੜੇ ਆ? ਨਾਰਥ ਅਮਰੀਕਾ, ਸਾਊਥ ਅਮਰੀਕਾ, ਯੂਰਪ, ਅਫਰੀਕਾ ਤੇ ਏਸ਼ੀਆ। ਇਹੀ ਆ। ਜਾਂ ਲੋਕ ਅੰਟਾਰਕਟਿਕਾ ਨੂੰ ਕਹਿ ਦਿੰਦੇ ਆ ਜਾਂ ਆਸਟ੍ਰੇਲੀਆ ਨੂੰ ਕਹਿ ਦਿੰਦੇ ਆ, ਉਹ ਤਾਂ ਆਈਲੈਂਡ ਕੰਟਰੀ ਹੈ, ਉਹ ਤਾਂ ਕੰਟੀਨੈਂਟਲ ਕੰਟਰੀ ਜੇ ਇੱਕ ਹਿਸਾਬ ਦੇ, ਕੰਟੀਨੈਂਟ ਥੋੜਾ ਪੂਰੇ। ਆਹ ਦੱਸੋ ਜੀ, ਕਹਾਣੀ ਕਲੀਅਰ ਹੋ ਗਈ ਤੁਹਾਨੂੰ? ਹਰ ਇੱਕ ਐਟਲੀਸਟ ਤੁਹਾਨੂੰ ਸਟ੍ਰੇਟਸ ਦੇ ਬਹਾਨੇ ਪਤਾ ਲੱਗ ਗਿਆ ਕਿ ਦੁਨੀਆ ਕਿਵੇਂ ਚੱਲ ਰਹੀ ਹੈ। ਇੱਕ ਪਾਸੇ ਆਹ ਦੇਖੋ ਕਿਊਬਾ, ਆਹ ਸਾਰਾ ਮੈਕਸੀਕੋ ਆ, ਇੱਥੇ ਇੱਕ ਸਟ੍ਰੇਟ ਆ ਯੂਕਾਟਨ ਸਟ੍ਰੇਟ। ਸੋ ਐਵੇਂ ਦੀ ਆਪਾਂ ਨੂੰ ਪੇਪਰ 'ਚ ਸਟ੍ਰੇਟ ਆ ਸਕਦੀ ਹੈ। ਇਸੇ ਤਰੀਕੇ ਨਾਲ ਮੈਗੇਲਨ ਸਟ੍ਰੇਟ ਮੋਸਟ ਇੰਪੋਰਟੈਂਟ ਆ। ਮੈਗੇਲਨ ਸਟ੍ਰੇਟ ਆ ਜਾਓ। ਮੈਗੇਲਨ ਸਟ੍ਰੇਟ ਇੰਪੋਰਟੈਂਟ ਕਿਉਂ ਆ ਮੈਂ ਦੱਸਦਾ। ਕਹਿੰਦੇ ਜੀ ਜਦੋਂ ਦੁਨੀਆ ਲੱਭੀ ਜਾ ਰਹੀ ਸੀ ਨਾ, ਉਦੋਂ ਇੱਕ ਦੇਸ਼, ਇੱਕ ਕੋਈ ਸਪੈਨਿਸ਼, ਕਿਉਂਕਿ ਇਧਰਲਾ ਇਲਾਕਾ ਸਪੈਨੀਆਂ ਨੂੰ ਮਿਲਿਆ ਸੀ ਐਕਸਪਲੋਰ ਕਰਨ ਵਾਲਾ, ਤਾਂ ਅਸਲ ਦੇ ਵਿੱਚ ਜਿਹੜਾ ਕੋਲੰਬਸ ਸੀ ਨਾ, ਉਹ ਇਸ ਇਲਾਕੇ ਦੇ ਵਿੱਚੋਂ, ਹੁਣ ਤੁਸੀਂ ਕਹੋਗੇ ਸਾਰੇ ਨੂੰ ਇਨਲਾਰਜ ਕਰਕੇ ਦਿਖਾ ਦਿਓ, ਇਨਲਾਰਜ ਕਰਕੇ ਆ, ਇਹ ਯਾਦ ਆ ਨਾ ਆਪਾਂ ਸਾਊਥ ਅਮਰੀਕਾ 'ਚ ਇੱਥੋਂ ਇਨਲਾਰਜ ਕਰਕੇ ਆ ਰਹੀ, ਉਹ ਘੁੰਮ ਕੇ ਨਹੀਂ ਸੀ ਆਇਆ, ਉਹਨੂੰ ਇੱਥੋਂ ਹੀ ਰਾਹ ਲੱਭ ਗਿਆ ਸੀਗਾ। ਆ ਜਿਹੜਾ ਰਾਹ ਅਟਲਾਂਟਿਕ ਜਾਨੀ ਕਿ ਅੰਧ ਮਹਾਸਾਗਰ ਤੋਂ ਪੈਸੀਫਿਕ ਜਾਨੀ ਕਿ ਪ੍ਰਸ਼ਾਂਤ ਮਹਾਸਾਗਰ ਤੱਕ ਜਾਣ ਦਾ, ਦਿਸ ਇਜ਼ ਮੈਗੇਲਨ ਸਟ੍ਰੇਟ। ਇਹ ਸਾਊਥ ਅਮਰੀਕਾ ਦੇ ਵਿੱਚ ਆ ਜਾਓ। ਕਿੱਥੇ ਆ ਹੁਣ ਦੇਖੋ, ਤੁਸੀਂ ਕਹੋਗੇ ਸਰ ਆ ਉਲਝ ਗਿਆ ਕੰਮ, ਕੋਈ ਚੱਕਰ ਹੀ ਨਹੀਂ, ਆ ਰਹੀ ਮੈਗੇਲਨ ਸਟ੍ਰੇਟ, ਹੁਣ ਤਾਂ ਦਿਸ ਗਈ ਨਾ। ਸੋ ਇੱਥੇ ਆਪਾਂ ਇਹਨੂੰ ਕਲੈਰਿਟੀ ਨਾਲ ਸ਼ੋ ਕਰਤਾ। ਸੋ ਉਮੀਦ ਕਰਦਾ ਕਿ ਤੁਹਾਨੂੰ ਆ ਸਾਰੀਆਂ ਸਟ੍ਰੇਟਸ ਜਿਹੜੀਆਂ ਨੇ ਉਹ ਸਮਝ ਆ ਗਈਆਂ ਹੋਣਗੀਆਂ, ਠੀਕ ਹੈ। ਸੋ ਕੁੱਲ ਮਿਲਾ ਕੇ ਜਿੰਨੀਆਂ ਵੱਧ ਤੋਂ ਵੱਧ ਸਟ੍ਰੇਟਸ ਆਪਾਂ ਦੇਖ ਸਕਦੇ ਸੀ, ਤੇ ਮੈਂ ਨਾ ਤੁਹਾਡੇ ਗੂਗਲ ਡਰਾਈਵ ਦੇ ਲਿੰਕ ਦੇ ਵਿੱਚ ਇੱਕ ਮੈਪ ਵੀ ਸ਼ੇਅਰ ਕਰ ਦੂੰਗਾ, ਠੀਕ ਆ। ਵੈਸੇ ਵੀ ਤੁਹਾਡੀ ਆਦਤ ਹੋਣੀ ਚਾਹੀਦੀ ਹੈ ਕਿ ਤੁਹਾਡੇ ਕੋਲ ਵਰਲਡ ਮੈਪ ਪ੍ਰਿੰਟੇਬਲ ਫਾਰਮ 'ਚ ਹੋਵੇ, ਜਿਹਨੂੰ ਤੁਸੀਂ ਦੇਖ ਕੇ ਸਮਝ ਸਕੋ, ਕਿਉਂਕਿ ਮੈਂ ਕੱਲੀਆਂ ਸਟ੍ਰੇਟਸ ਭਾਵ ਜਲਮਾਰਗ ਡਮਰੂਣੀ ਕਿਸੇ ਲੈਕਚਰ ਦੇ ਵਿੱਚ, ਕਿਉਂਕਿ ਮੈਂ ਜਿਹੜੀ ਸਟੈਟਿਕ ਜੀਕੇ ਆ ਨਾ, ਇਹ ਫੈਕਟਸ ਜਿਹੜੇ ਆ ਇਹ ਸੀਕੁਐਂਸ 'ਚ ਚਲਾਉਣੇ ਆ। ਇੱਕ ਦੇ ਵਿੱਚ ਸਟ੍ਰੇਟਸ ਪੜ੍ਹਾਤੀਆਂ, ਅਗਲੇ 'ਚ ਮੈਂ ਓਸ਼ੀਅਨਸ ਪੜ੍ਹਾਉਂਗਾ, ਫਿਰ ਲੇਕਸ, ਫਿਰ ਉਸ ਤੋਂ ਬਾਅਦ ਜਦੋਂ ਇਹ ਖਤਮ ਹੋ ਗਏ ਫਿਰ ਮਾਊਂਟੇਨਸ ਵਗੈਰਾ ਨੂੰ ਕਵਰ ਕਰਾਂਗੇ, ਫਿਰ ਫਸਟ ਇਨ ਇੰਡੀਆ ਨੂੰ ਕਵਰ ਕਰਾਂਗੇ। ਪਰ ਇਹ ਨਹੀਂ ਕਿ ਰੱਟਾ ਮਾਰ ਲਈ ਕਹੂਗਾ ਕਿ ਰੱਟੋ ਆ ਚੀਜ਼ ਨੂੰ, ਨਹੀਂ, ਹਰ ਇੱਕ ਚੀਜ਼ ਦੇ ਮਗਰ ਦੀ ਇੱਕ ਸਟੋਰੀ ਹੋਊਗੀ, ਉਹਦੀ ਵਜ੍ਹਾ ਇਹ ਹੋਊਗੀ ਸਟੋਰੀ ਦੀ ਕਿ ਤੁਹਾਨੂੰ ਉਹ ਚੀਜ਼ਾਂ ਯਾਦ ਰਹਿ ਸਕਣ, ਠੀਕ ਆ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਸੋ ਆਪਾਂ ਨੈਕਸਟ ਅਗਲੀ ਕਲਾਸ 'ਚ ਮਿਲਦੇ।